सत श्री अकाल जी। पंजाबी रेडियो यूएसए ते पंजाबी टीवी यूएसए वेखना सुनना तुसी सारे शुरू कर चुके हो। प्रोग्राम लैके हाजिर हाँ बियॉन्ड द हैडलाइंस विद मनदीप पुनिया। मनदीप पुनिया जी का साथ हुंदा है ते देश भर नाल जुड़ियां हुई खबरां हुंदियां ने। करदे हां शामिल प्रोग्राम दे विच ते फिर एक एक करके पावांगे सारियां खबरां दे उपर चानना। स्वागत है जी। जी शुक्रिया भाई जी। जी सो मनदीप जी चलिए जेकर आप खबरों के वल तो सब तो पहली जेकर खबर से चानना पाना होवे तो आखिरी दिन आ गया जी महाकुंभ का। वो महाकुंभ जिन्हें कईयां लई बहुत चंगियां यादां संजोईयां होणगियां। बहुत लोग जिद्दां तुसीं भी दसदे रहे हो कि विदेशों तो आके उत्थे स्नान कर रहे सी, पर बहुत सारे लोग ने जिहड़े भेंट भी चढ़े ने इस महाकुंभ ते जांदियां सियासत दे अपनियां जानां भी गवाईयां ने। की कहोगे ऑल ओवर? देखो गुरप्रीत अज महाकुंभ ਦਾ ਆਖਰੀ ਦਿਨ ਹੈ, ਅਖੀਰਲਾ ਦਿਨ ਹੈਗਾ ਤੇ ਇਹ ਮਹਾਕੁੰਭ ਨਾਲ ਬਹੁਤ ਕੁਝ ਯਾਦਾਂ ਜੁੜੀਆਂ ਰਹਿਣਗੀਆਂ ਲੋਕਾਂ ਦੀਆਂ ਜਿਨ੍ਹਾਂ ਨੇ ਡੁਬਕੀ ਲਾਈ। ਤੇ ਆਪਾਂ ਪਹਿਲਾਂ ਵੀ ਲਗਾਤਾਰ ਗੱਲ ਕਰਦੇ ਰਹੇ ਹਾਂ ਦੁਨੀਆ ਭਰ 'ਚ ਜਿਹੜਾ ਇਸ਼ਨਾਨ ਕਰਨ ਦਾ ਸਰੋਵਰਾਂ ਤੇ ਨਦੀਆਂ 'ਚ ਦਰਿਆਵਾਂ 'ਚ ਇਸ਼ਨਾਨ ਕਰਨ ਦਾ ਇੱਕ ਰਿਵਾਜ ਹੈਗਾ ਤੇ ਉਹੀ ਰਿਵਾਜ ਆਪਾਂ ਨੂੰ ਇੱਥੇ ਵੀ ਦੇਖਣ ਨੂੰ ਮਿਲਿਆ। ਪਰ ਕੁਝ ਚੀਜ਼ਾਂ ਹੋਈਆਂ। ਇੱਕ ਤਾਂ ਇਹਨੂੰ ਜਿਸ ਹਿਸਾਬ ਨਾਲ ਹਿੰਦੂਤਵਾ ਦੀ ਚਾਸ਼ਨੀ 'ਚ ਡੁਬੋ ਕੇ ਦੇਖਿਆ ਗਿਆ, ਬੀਜੇਪੀ ਇਹ ਤੋਂ ਫਾਇਦਾ ਕੱਢਣਾ ਚਾਹੁੰਦੀ ਸੀ ਕਿ ਇਹਨੂੰ ਇੱਕ ਇਵੈਂਟ ਬਣਾਇਆ ਗਿਆ। ਇਹਨੂੰ ਜਿਵੇਂ ਪਹਿਲਾਂ ਆਰਗੈਨਿਕ ਹੁੰਦਾ ਸੀਗਾ, ਆਰਗੈਨਿਕ ਦਾ ਮੇਰਾ ਭਾਵ ਇਹ ਹੈ ਕਿ ਲੋਕ ਆਪਣੇ ਸ਼ਰਧਾ ਨਾਲ ਡੁਬਕੀ ਲਾਉਂਦੇ ਸੀਗੇ ਜਾ ਕੇ। ਉਹਦੇ ਰੱਬ ਅਤੇ ਬੰਦੇ ਦੇ ਵਿਚਕਾਰ ਕੋਈ ਏਜੰਸੀ ਨਹੀਂ ਹੁੰਦੀ ਸੀ। ਇਸ ਵਾਰ ਪਹਿਲੀ ਵਾਰ ਦੇਖਿਆ ਕਿ ਸਰਕਾਰ ਕਹਿ ਰਹੀ ਹੈ ਕਿ ਅੱਛਾ ਤੁਹਾਨੂੰ ਤੁਸੀਂ ਰੱਬ ਨੂੰ ਮਿਲਣਾ ਚਾਹੁੰਦੇ ਹੋ, ਤੁਸੀਂ ਇਸ਼ਨਾਨ ਕਰਨਾ ਚਾਹੁੰਦੇ ਹੋ, ਅਸੀਂ ਕਰਾਵਾਂਗੇ। ਤਾਂ ਇੱਕ ਏਜੰਸੀ ਵਿੱਚ ਬੜੀ ਜ਼ਬਰਦਸਤੀ ਵਿੱਚ ਬੜੀ ਤੇ ਉਹਨੇ ਫਾਇਦਾ ਖੱਟਣ ਦੀ ਕੋਸ਼ਿਸ਼ ਕੀਤੀ। ਉਹ ਆਪਾਂ ਨੂੰ ਦੇਖਣ ਨੂੰ ਮਿਲਿਆ। ਦੂਜਾ ਸੈਂਪੇਡ ਕਰਕੇ ਜਿਹੜੀ ਮੌਤਾਂ ਹੋਈਆਂ ਲੋਕਾਂ ਦੀਆਂ ਉਹ ਵੀ ਆਪਾਂ ਨੂੰ ਦੇਖਿਆ। ਉਹਨਾਂ ਦੇ ਡਾਟਾ ਲੁਕਾਉਂਦੀ ਵੀ ਦੇਖੀ ਸਰਕਾਰ ਤੇ ਅੱਗਾਂ ਵੀ ਲੱਗੀਆਂ ਬਹੁਤ ਸਾਰੀਆਂ ਅੱਗਾਂ ਵੀ ਲੱਗੀਆਂ। ਪਰ ਮੇਰੇ ਵਾਸਤੇ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਜਿਹਨੂੰ ਮੈਂ ਯਾਦ ਰੱਖਾਂਗਾ, ਮੈਂ ਬਹੁਤ ਸਾਰੇ ਮੇਰੇ ਟੀਵੀ ਦੇ ਐਡੀਟਰਾਂ ਨੂੰ, ਅਖਬਾਰਾਂ ਦੇ ਐਡੀਟਰਾਂ ਨੂੰ ਸੰਗਮ ਦੇ ਵਿੱਚ ਡੁਬਕੀ ਲਾਉਂਦਿਆਂ ਦੇਖਿਆ। ਤੇ ਇੱਕ ਤਾਂ ਉਹ ਹਰਿਆਣੇ ਤੋਂ ਤਾਂ ਇੱਕ ਪੂਰੀ ਬੱਸ ਬੀਜੇਪੀ ਸਰਕਾਰ ਨੇ ਪੱਤਰਕਾਰਾਂ ਦੀ ਭਰ ਕੇ ਸੰਗਮ ਦੇ ਵਿੱਚ ਡੁਬਕੀ ਲਾਉਣ ਵਾਸਤੇ ਭੇਜੀ ਸੀਗੀ, ਉਹ ਵੀ ਮੈਂ ਵੇਖੀ। ਤੇ ਹੋਰ ਵੀ ਚੀਜ਼ਾਂ ਆਪਾਂ ਬਹੁਤ ਦੇਖੀਆਂ। 5 ਫਰਵਰੀ ਨੂੰ ਦਿੱਲੀ ਦਾ ਚੋਣ ਸੀਗਾ ਤੇ ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੁਬਕੀ ਲਾ ਰਹੇ ਸੀ। ਫਿਰ ਜਿਹੜੀ ਪ੍ਰਦੂਸ਼ਣ ਬੋਰਡ ਦੀ ਰਿਪੋਰਟ ਆਈ ਜਿਹਦੇ 'ਚ ਕਿਹਾ ਗਿਆ ਕਿ ਜਿਹੜਾ ਫੀਕਲ ਕੋਲੀਫਾਰਮ ਜਿਹੜਾ ਬੈਕਟੀਰੀਆ ਹੈਗਾ ਉਹ ਜ਼ਿਆਦਾ ਹੈਗਾ। ਤੇ ਉਹਦੇ ਬਾਅਦ ਪੂਰੀ ਡਿਬੇਟ ਵੀ ਦੇਖੀ। ਉਸ ਤੋਂ ਬਾਅਦ ਜਿਹੜੇ ਯੂਪੀ ਦੇ ਸੀਐਮ ਹੈ ਯੋਗੀ ਆਦਿੱਤਿਆਨਾਥ, ਉਹ ਹਿੰਦੂਤਵਾ ਦੇ ਫਾਇਰ ਬ੍ਰਾਂਡ ਲੀਡਰ ਨੇ ਅੱਜ ਕੱਲ੍ਹ। ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਅਮਚੂਨ ਵਾਸਤੇ ਵੀ ਹੈਗਾ, ਤੁਸੀਂ ਸਿਰਫ ਨਹਾ ਹੀ ਨਹੀਂ ਸਕਦੇ, ਪੀ ਵੀ ਸਕਦੇ ਹੋ ਗੰਗਾ ਦੇ ਪਾਣੀ ਨੂੰ, ਜਦ ਕਿ ਆਪਾਂ ਨੂੰ ਪਤਾ ਸੀਗਾ ਕਿ ਕਿੰਨਾ ਖਤਰਨਾਕ ਹੋ ਰੱਖਿਆ ਸੀਗਾ। ਤੇ ਜਿਹੜੇ ਬੰਦੇ ਥੋੜੇ ਸਾਇੰਟਿਫਿਕ ਟੈਂਪਰਾਮੈਂਟ ਵਾਲੇ ਹੈਗੇ ਉਹਨਾਂ ਨੂੰ ਜਿਹੜੀ ਖਾਰਸ ਹੋਈ ਹੈ, ਬਿਮਾਰੀਆਂ ਹੋਈਆਂ, ਉਹਨਾਂ ਬਾਰੇ ਦੱਸਿਆ, ਪਰ ਹੋਰਾਂ ਨੇ ਤਾਂ ਚਲੋ ਲਕੋ ਲਿਆ। ਮੇਰੇ ਵਾਸਤੇ ਬੜੀ ਹੈਰਾਨੀ ਦੀ ਗੱਲ ਸੀਗੀ ਕਿ ਜਿਨ੍ਹਾਂ ਪੱਤਰਕਾਰਾਂ ਨੂੰ ਮੈਂ ਆਦਰਸ਼ ਮੰਨਦਾ ਰਿਹਾ ਹਿੰਦੀ ਮੀਡੀਆ ਦੇ, ਉਹ ਸਾਰੇ ਉੱਥੇ ਡੁਬਕੀ ਲਾ ਰਹੇ ਸੀਗੇ। ਤੇ ਉਹ ਪੂਰਾ ਉਹਨਾਂ ਨੂੰ ਤੇ ਭਗਵਾ ਚੱਡੀ ਪਹਿਨ ਕੇ ਉਹਨਾਂ ਨੇ ਜਿਹੜੀ ਹੈਗੀ ਆ ਡੁਬਕੀ ਲਾਈ ਹੈਗੀ ਆ। ਉਹ ਫੋਟੋਜ਼ ਤੁਸੀਂ ਉਹਨਾਂ ਦੇ ਤੇ ਉਹਨਾਂ ਨੇ ਐਕਸਾਈਟਿਡ ਹੋ ਕੇ ਉਹ ਫੋਟੋਜ਼ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਸ਼ੇਅਰ ਕੀਤੇ। ਅਕੈਡਮਿਸ਼ੀਅਨਾਂ ਨੇ, ਜਿਹੜੇ ਪ੍ਰੋਫੈਸਰ ਹੈਗੇ ਚੰਗੇ ਸੰਸਥਾਵਾਂ ਦੇ, JNU ਦੇ, DU ਦੇ, ਉਹਨਾਂ ਨੇ ਵੀ ਉੱਥੇ ਡੁਬਕੀ ਲਾਈ। ਤੇ ਉਹ ਵੀ ਇਹ ਦਿਖਾਣਾ ਚਾਹੁੰਦੇ ਸੀਗੇ ਕਿ ਅਸੀਂ ਵਹੀ ਸਰਕਾਰ ਦੇ ਨਾਲ ਆ। ਤੇ ਕਿਤੇ ਨਾ ਕਿਤੇ ਇਹ ਚੀਜ਼ਾਂ ਮੈਂ ਇਸ ਕਰਕੇ ਇਸ ਕੁੰਭ ਨੂੰ ਯਾਦ ਰੱਖਾਂਗਾ। ਹਾਲਾਂਕਿ ਅੱਜ ਕਾਸ਼ੀ ਜਿਹੜੀ ਬਨਾਰਸ ਹੈਗਾ, ਵਾਰਾਣਸੀ ਵੀ ਕਹਿ ਦਿੰਦੇ ਆ, ਹੁਣ ਕਾਸ਼ੀ ਸਾਡੇ ਵਰਗੇ ਕਾਸ਼ੀ ਕਹਿੰਦੇ ਨੇ ਕਿਉਂਕਿ ਪੁਰਾਣਾ ਨਾਂ ਕਾਸ਼ੀ ਹੈ। ਕਾਸ਼ੀ ਦੇ ਵਿੱਚ ਅੱਜ ਤੋਂ ਜਿਹੜਾ ਅੱਜ ਕਿਉਂਕਿ ਕਾਸ਼ੀ ਬੇਸਿਕਲੀ ਜਿਹੜਾ ਸ਼ਿਵ ਸ਼ੰਕਰ ਭਗਵਾਨ ਹੈਗਾ ਹਿੰਦੂਇਜ਼ਮ 'ਚ, ਉਹਨਾਂ ਦੀ ਉਹ ਧਰਤੀ ਹੈਗੀ। ਤੇ ਅੱਜ ਸ਼ਿਵਰਾਤਰੀ ਦੇ ਦੌਰਾਨ ਉੱਥੇ ਵੀ ਵੱਡੇ ਜਲੂਸ ਕੱਢੇ ਗਏ ਤੇ ਉਹ ਵੀ ਅੱਜ ਦੇਖਣ ਨੂੰ ਮਿਲਿਆਗਾ। ਪਰ ਮੈਨੂੰ ਲੱਗ ਰਿਹਾ ਕਿ ਹੁਣ ਜਿੰਨੇ ਵੀ ਤਿਉਹਾਰ ਆਉਣਗੇ ਹਿੰਦੂਇਜ਼ਮ ਨਾਲ ਰਿਲੇਟਡ, ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਕੋਪਟ ਕਰਕੇ ਉਹਨਾਂ ਨੂੰ ਮਤਲਬ ਉਹ ਜਿਹੜੇ ਤਿਉਹਾਰ ਹੈਗੇ ਉਹ ਲੋਕਾਂ ਤੇ ਰੱਬ ਦੇ ਵਿੱਚ ਜਿਹੜਾ ਇੱਕ ਕਨੈਕਸ਼ਨ ਸਥਾਪਿਤ ਕਰਨ ਦਾ ਹੁੰਦਾ ਸੀਗਾ ਮਸਲਾ, ਉਹ ਨਹੀਂ ਰਹਿਣ ਦੇਣਗੇ। ਸਰਕਾਰ ਹੁਣ ਕਹਿ ਰਹੀ ਹੈ ਕਿ ਅਸੀਂ ਮਿਲਾਵਾਂਗੇ ਰੱਬ ਨੂੰ, ਤੁਸੀਂ ਕੋਈ ਸਿੱਧਾ ਰੱਬ ਨੂੰ ਨਹੀਂ ਮਿਲ ਸਕਦੇ। ਜਿਵੇਂ ਪਹਿਲਾਂ ਇੱਕ ਡਿਬੇਟ ਇਹ ਵੀ ਹੈ ਕਿ ਹਿੰਦੂਇਜ਼ਮ 'ਚ ਜਿਹੜਾ ਬ੍ਰਾਹਮਣਿਜ਼ਮ ਹੈਗਾ ਉਹ ਇਹ ਦਾਅਵਾ ਕਰਦਾਗਾ ਕਿ ਅਸੀਂ ਤੁਹਾਨੂੰ ਰੱਬ ਨੂੰ ਮਿਲਾਵਾਂਗੇ। ਤੇ ਇੱਕ ਏਜੰਸੀ ਹੁਣ ਜਿਹੜੀ ਕ੍ਰੀਏਟ ਹੋ ਗਈ ਹੈ ਨਵੀਂ,
ਉਹ ਕਿਤੇ ਨਾ ਕਿਤੇ ਸਰਕਾਰ ਹੋ ਗਈ ਹੈਗੀ ਆ। ਫਿਰ ਵੀ ਆਪਾਂ ਮੰਨ ਲੈਂਦੇ ਆ ਕਿ ਜਿਹੜੇ ਪੁਰੋਹਿਤ ਹੁੰਦੇ ਨੇ, ਜਿਹੜੇ ਕਰਮਕਾਂਡ ਕਰਵਾਉਂਦੇ ਨੇ ਜਾਂ ਜਿਹੜੇ ਯੱਜ ਕਰਵਾਉਂਦੇ ਨੇ, ਉਹਨਾਂ ਦਾ ਚਲੋ ਇੱਕ ਅੱਡ ਸਥਾਨ ਹੋ ਸਕਦਾ ਗਾ ਰਿਲੀਜਨ 'ਚ, ਪਰ ਸਰਕਾਰ ਦਾ ਕੀ ਕੰਮ ਹੈ? ਲੇਕਿਨ ਸਰਕਾਰ ਅੱਜ ਦੇ ਟਾਈਮ ਇੰਟਰਸਟ ਲੈ ਕੇ ਕਹਿ ਰਹੀ ਹੈ ਕਿ ਰੱਬ ਨੂੰ ਮਿਲਣਾ ਹੈਗਾ ਤਾਂ ਸਾਡੇ ਥਰੂ ਮਿਲੋ। ਅਸੀਂ ਤੁਹਾਡੀ ਫਲਾਈਟ ਕਰਾਵਾਂਗੇ, ਤੁਹਾਡੀ ਗੱਲਬਾਤ ਕਰਾਵਾਂਗੇ, ਰੱਬ ਨਾਲ ਡਾਇਰੈਕਟ ਨਾ ਮਿਲੋ। ਤਾਂ ਇਹ ਆਪਾਂ ਨੂੰ ਇੱਕ ਜੀ। ਮਾਕੂਬ ਤੋਂ ਇਹ ਜਿਹੜੀ ਮੈਨੂੰ ਲੱਗਦਾ ਫਿਲਾਸਫੀਕਲ ਇਹ ਜਿਹੜੀ ਮੇਰੀ ਸਮਝ ਬਣੀ ਹੈ, ਉਹ ਮੇਰੀ ਇਹ ਬਣੀ। ਜੀ, ਲੋਕਾਂ ਦੀ ਆਸਥਾ ਨਾਲ ਖੇਲਣਾ ਹੈ, ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਵਰਤ ਕੇ ਵੋਟ ਪੈਟਰਨ ਆਪਣਾ ਬਣਨਾ ਚਾਹੀਦਾ ਆਪਣੇ ਹੱਕ 'ਚ। ਬਾਕੀ ਜੋ ਵੀ ਹੁੰਦਾ ਰਹੇ ਉਹ ਐਂ ਹੀ ਚੱਲੂਗਾ। ਪਰ ਆਪਾਂ ਅੱਗੇ ਚੱਲੀਏ, ਗੱਲ ਕਰ ਲੈਂਦੇ ਆ। ਅੱਜ ਬਹੁਤ ਧੜੱਲੇ ਦੇ ਨਾਲ ਇਹ ਚੀਜ਼ ਘੁੰਮ ਰਹੀ ਹੈ ਕਿ ਇਲੀਗਲ ਇਮੀਗ੍ਰੈਂਟ ਜਾਂ ਫਿਰ ਇਮੀਗ੍ਰੈਂਟ ਆਉਣਾ ਮਾੜੀ ਗੱਲ ਨਹੀਂ ਹੈ, ਗਰੀਬ ਇਮੀਗ੍ਰੈਂਟ ਆਉਣਾ ਮਾੜੀ ਗੱਲ ਹੈ। ਕਹਿੰਦੇ ਇੱਧਰ ਟਰੰਪ ਸਾਹਿਬ ਕੀ ਕਹੀ ਜਾਂਦੇ ਨੇ, ਕਹਿੰਦੇ ਵੀ $5 ਮਿਲੀਅਨ ਦੋ ਤੇ ਤੁਹਾਨੂੰ ਗੋਲਡਨ ਵੀਜ਼ਾ ਦਿਆਂਗੇ, ਜਿੱਦਾਂ ਦੁਬਈ ਵਰਗੇ ਦੇਸ਼ਾਂ 'ਚ ਆਪਾਂ ਦੇਖਦੇ ਆ। ਇਹਦੇ ਤੇ ਕੀ ਕਹੋਗੇ? ਹਾਂ, ਓਦਾਂ ਪਹਿਲਾਂ ਵੀ ਸੀਗਾ ਅਮਰੀਕਾ 'ਚ $1 ਮਿਲੀਅਨ ਦੇ ਕੇ ਤੁਸੀਂ EB-5 ਨਾਂ ਦਾ ਵੀਜ਼ਾ ਲੈ ਸਕਦੇ ਸੀਗੇ, ਤੇ ਡੋਨਾਲਡ ਟਰੰਪ ਹੋਰਾਂ ਨੇ ਉਸੇ EB-5 ਦਾ ਰਿਪਲੇਸਮੈਂਟ ਕਹਿ ਕੇ ਇਸ ਗੋਲਡ ਕਾਰਡ ਵੀਜ਼ਾ ਨੂੰ ਅੱਗੇ ਪੁਸ਼ ਕੀਤਾ ਗਾ। ਇਹਦੇ 'ਚ ਉਹਨਾਂ ਨੇ ਜਿਹੜੀ ਰਾਸ਼ੀ ਹੈਗੀ ਆ ਉਹ ਵਧਾ ਦਿੱਤੀ ਹੈਗੀ ਆ, ਤੇ ਉਹ $5 ਮਿਲੀਅਨ ਕਰ ਦਿੱਤੀ ਹੈ, ਜਿਹੜੀ ਕਿ 5 ਟਾਈਮਸ ਹੈਗੀ ਆ। ਤੇ ਉਹਨਾਂ ਨੇ ਕਿਹਾ ਕਿ ਤੁਸੀਂ 5 ਟਾਈਮਸ ਯਾਨੀ ਕਿ $5 ਮਿਲੀਅਨ ਦਿਓ ਤੇ ਇੱਥੇ ਆ ਕੇ ਰਹੋ, ਤੁਹਾਨੂੰ ਗੋਲਡ ਕਾਰਡ ਵੀਜ਼ਾ ਦੇਵਾਂਗੇ। ਪਹਿਲਾਂ ਜਿਹੜਾ EB-5 ਸੀਗਾ ਉਹਦੇ 'ਚ ਆਪਾਂ ਨੂੰ ਪਤਾ ਕਿ ਉਹ ਇੱਕ ਹਿਸਾਬ ਨਾਲ ਇਨਵੈਸਟਮੈਂਟ ਦਿਖਾਉਣੀ ਹੁੰਦੀ ਸੀਗੀ $1 ਮਿਲੀਅਨ ਦੀ। ਉਹਦੇ 'ਚ ਤੁਸੀਂ ਘੱਟੋ ਘੱਟ 10 ਬੰਦਿਆਂ ਨੂੰ ਤੁਸੀਂ ਨੌਕਰੀਆਂ ਦੇ ਰਹੇ ਹੁੰਦੇ ਸੀਗੇ। ਇਸ ਕਿਸਮ ਦੇ ਕੁਝ ਨੋਰਮ ਸੀਗੇ। ਉਹਨੂੰ ਹੁਣ ਰਿਪਲੇਸ ਕਰਕੇ ਇਹ ਗੋਲਡ ਕਾਰਡ ਵੀਜ਼ਾ ਨੂੰ ਲੈ ਕੇ ਆ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ EB-5 ਨਾਲ ਨਾ ਬਹੁਤ ਸਾਰੇ ਨੌਕਰਸ਼ਾਹੀ ਦੇ ਵਿੱਚ ਅਤੇ ਹੋਰ ਕਿਸਮ ਦੀਆਂ ਧੋਖਾਧੜੀਆਂ ਬਹੁਤ ਹੁੰਦੀਆਂ ਸੀਗੀਆਂ। ਇਸ ਕਰਕੇ ਇਹ ਨਵਾਂ ਗੋਲਡ ਕਾਰਡ ਵੀਜ਼ਾ ਲੈ ਕੇ ਆ ਰਹੇ ਨੇ, ਇਹ ਡੋਨਾਲਡ ਟਰੰਪ ਹੋਣਾ ਨੇ ਕਿਹਾ। ਤੇ ਅੱਜ ਉਹਨਾਂ ਨੇ ਜਿਹੜਾ ਆਪਣਾ ਪੇਪਰ ਸੀਗਾ ਉਹ ਵੀ ਸਾਈਨ ਕੀਤਾ ਇਹਦੇ ਨਾਲ ਰਿਲੇਟਡ, ਤੇ ਹੁਣ ਨਵੇਂ ਰਾਹ ਖੋਲਣ ਦੀ ਗੱਲ ਕਹਿ ਰਹੇ ਨੇ। ਤੇ ਤੁਸੀਂ ਸ਼ੁਰੂਆਤ ਬਹੁਤ ਸੋਹਣੀ ਕੀਤੀ ਕਿ ਗਰੀਬ ਲੋਕਾਂ ਵਾਸਤੇ ਨਹੀਂ ਬਲਕਿ ਅਮੀਰ ਲੋਕਾਂ ਵਾਸਤੇ ਉਹਨਾਂ ਨੇ ਆਪਣੇ ਹੱਥ ਖੋਲੇ ਨੇ, ਆਪਣਾ ਇੱਕ ਹਿਸਾਬ ਨਾਲ ਰਾਹ ਖੋਲਿਆ ਅਮਰੀਕਾ ਦਾ। ਤੇ ਅਮਰੀਕਾ ਹੁਣ ਸਿਰਫ ਅਮੀਰ ਲੋਕ ਜਾ ਸਕਦੇ ਨੇ, ਉੱਥੇ ਰਹਿ ਸਕਦੇ ਨੇ, ਵਸ ਸਕਦੇ ਨੇ, ਕੰਮ ਕਰ ਸਕਦੇ ਨੇ। ਸੋ ਅੱਗੇ ਆਪਾਂ ਇਲੈਕਸ਼ਨ ਕਮਿਸ਼ਨ ਦੀ ਜੇਕਰ ਗੱਲ ਕਰ ਰਹੀਏ, ਜਿਹੜੇ ਕਾਂਗਰਸੀ ਨੇ ਸੂਰਜੇਵਾਲਾ ਸਾਹਿਬ, ਉਹਨਾਂ ਨੇ ਕੋਈ ਗੱਲ ਸੂਚੀ ਨੂੰ ਲੈ ਕੇ ਆਖੀ ਸੀ, ਮਤਦਾਨ ਸੂਚੀ ਸੰਬੰਧੀ। ਇਹ ਕੀ ਖਬਰ ਹੈ ਜੀ? ਹਾਂ, ਵੋਟਰ ਲਿਸਟ ਮੰਗੀ ਸੀਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ। ਬੇਸਿਕਲੀ ਜਿਹੜੇ ਕਾਂਗਰਸੀ ਆਗੂ ਹੈਗੇ ਰਣਦੀਪ ਸੁਰਜੇਵਾਲਾ, ਉਹ ਦਿੱਲੀ ਹਾਈ ਕੋਰਟ 'ਚ ਗਏ ਸੀਗੇ ਪਟੀਸ਼ਨ ਲੈ ਕੇ। ਉਹਨਾਂ ਨੇ 2009 ਤੋਂ ਲੈ ਕੇ 2024 ਤੱਕ ਦੀ ਜਿਹੜੀ ਵੋਟਰ ਲਿਸਟ ਹੈਗੀ ਆ ਪੂਰੇ ਮੁਲਕ ਦੀ, ਉਹ ਮੰਗੀ ਸੀ। ਨਹੀਂ ਪੂਰੇ ਮੁਲਕ ਦੀ ਨਹੀਂ, ਹਰਿਆਣਾ ਤੇ ਮਹਾਰਾਸ਼ਟਰ ਦੀ ਵੋਟਰ ਲਿਸਟ ਮੰਗੀ ਸੀਗੀ 2009 ਤੋਂ ਲੈ ਕੇ 2024 ਤੱਕ। ਤੇ ਪੁੱਛਿਆ ਸੀਗਾ ਕਿ ਇਹ ਲਿਸਟ ਦੇ ਦਿਓ ਸਾਨੂੰ ਇਹ ਪਤਾ ਲੱਗ ਜੂਗਾ ਕਿ ਕਿੰਨੇ ਨਵੇਂ ਵੋਟਰ ਕਿਹੜੇ-ਕਿਹੜੇ ਸਾਲ ਐਡ ਔਨ ਹੋਏ ਨੇ। ਤੇ ਉਹਨਾਂ ਨੇ ਇਹ ਲਿਸਟ ਮੰਗੀ ਸੀਗੀ। ਤੇ ਦਿੱਲੀ ਹਾਈ ਕੋਰਟ 'ਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਆਪਣਾ ਜਵਾਬ ਦਾਖਲ ਕਰਦਿਆਂ ਜਦੋਂ ਕੋਰਟ ਨੇ ਉਹਨਾਂ ਤੋਂ ਜਵਾਬ ਮੰਗਿਆ ECI ਤੋਂ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ, ਤੇ ਉਹਨਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਸਾਨੂੰ 3 ਮਹੀਨੇ ਲੱਗਣਗੇ, 3 ਮਹੀਨਿਆਂ ਬਾਅਦ ਇਹ ਲਿਸਟ ਦੇਵਾਂਗੇ। ਤੇ ਇਹਦੇ ਤੇ ਸਵਾਲ ਤਾਂ ਇਹੀ ਹੈ, ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਕਿ ਤੁਸੀਂ ਹਰ ਇਲੈਕਸ਼ਨ ਕਰਾ ਰਹੇ ਹੋ, ਲੋਕ ਸਭਾ ਦੇ, ਵਿਧਾਨ ਸਭਾ ਚੋਣ ਕਰਾ ਰਹੇ ਹੋ, ਲੋਕ ਸਭਾ ਦੇ ਚੋਣ ਕਰਾ ਰਹੇ ਹੋ, ਇੰਨੇ ਤੁਸੀਂ ਚੋਣ ਕਰਾਤੇ 2009 ਤੋਂ ਲੈ ਕੇ 2024 ਤੱਕ। ਤੇ ਤੁਸੀਂ ਜਿਹੜੇ ਚੋਣ ਕਰਾ ਰਹੇ ਨੇ ਉਹ ਵੋਟਰ ਲਿਸਟ ਤੋਂ ਹੀ ਕਰਾ ਰਹੇ ਨੇ। ਇਹ ਤਾਂ ਕੱਟ ਕਾਪੀ ਪੇਸਟ ਵਾਲਾ ਮਾਮਲਾ ਹੈਗਾ। ਤੁਹਾਡੇ ਕੋਲ ਜਿਹੜਾ ਡਾਟਾ ਤੁਸੀਂ ਦੇ ਦਿਓ ਪੈਨ ਡਰਾਈਵ 'ਚ ਪਾ ਕੇ ਕੋਰਟ ਨੂੰ। ਇਹ 3 ਮਹੀਨਿਆਂ ਦੀ ਕੀ ਲੋੜ ਪੈ ਗਈ? ਕੀ ਏਦਾਂ ਦਾ ਲੌਜਿਸਟਿਕ ਹੈਗਾ ਕਿ ਤੁਸੀਂ ਇੰਨਾ ਟਾਈਮ ਲੈ ਰਹੇ ਹੋ? ਇਹ ਸੀਰੀਅਸ ਸਵਾਲ ਚੁੱਕਦਾ ਹੈਗਾ। ਹਾਲਾਂਕਿ ਕੋਰਟ 'ਚ ਮੈਨੂੰ ਲੱਗਦਾ ਕਿ ਟਾਈਮ ਕੋਈ ਇਹਦੇ 'ਚ ਗੱਲਬਾਤ ਹੋਈ ਨਹੀਂ, ਤੇ ਜਿਹੜਾ ਟਾਈਮ ਹੈਗਾ, ਜਿਹੜੇ ਜਸਟਿਸ ਜੋਤੀ ਸਿੰਘ ਇਹ ਇਸ ਪਟੀਸ਼ਨ ਨੂੰ ਦੇਖ ਰਹੇ ਸੀਗੇ ਦਿੱਲੀ ਹਾਈ ਕੋਰਟ 'ਚ, ਤੇ ਉਹਨਾਂ ਨੇ ਟਾਈਮ ਦੇ ਦਿੱਤਾ ਹੈ। ਤੇ ਮੈਨੂੰ ਲੱਗਦਾ ਕਿ ਹੁਣ ਦੇਖੋ ਕਿ 3 ਮਹੀਨਿਆਂ ਬਾਅਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ ਦਾਖਲ ਕਰੂਗਾ, ਕੀ ਜਵਾਬ ਦਾਖਲ ਕਰੂਗਾ। ਲੇਕਿਨ ਇਹ ਸੀਰੀਅਸ ਸਵਾਲ ਤਾਂ ਰਿਹਾ ਹੀ ਮਹਾਰਾਸ਼ਟਰ ਚੋਣਾਂ ਵੇਲੇ ਵੀ ਕਿ 38 ਲੱਖ ਵੋਟਰ ਕਿਵੇਂ 7 ਮਹੀਨਿਆਂ 'ਚ ਐਡ ਹੋਏ। ਇਹ ਇੱਕ ਸੀਰੀਅਸ ਕੁਐਸਚਨ ਸੀਗਾ। ਹਰਿਆਣੇ ਦੇ ਵਿੱਚ ਵੀ ਬਹੁਤ ਸਾਰੇ ਹਰਿਆਣੇ ਤੋਂ ਬਾਹਰ ਦੇ ਵੋਟਰਾਂ ਨੂੰ ਐਡ ਔਨ ਕੀਤਾ ਗਿਆ ਸੀ, ਉਹ ਵੀ ਇੱਕ ਇਸ਼ੂ ਬਣਿਆ ਸੀਗਾ। ਤੇ ਹੁਣ ਦੇਖੋ ਕੀ ਜਵਾਬ ਦਾਖਲ ਕਰਦੇ ਨੇ। ਪਰ ਜਿਹੜਾ ਤੁਹਾਡੇ ਫੇਵਰਿਟ ਚੋਣ ਆਯੁਕਤ ਸੀਗੇ, ਚੋਣ ਕਮਿਸ਼ਨਰ ਸੀਗੇ ਪਿਛਲੇ ਵਾਲੇ ਰਾਜੀਵ ਕੁਮਾਰ, ਉਹਨਾਂ ਦੇ ਕਾਰਜਕਾਲ 'ਚ ਸਾਰਾ ਘਟਨਾਕ੍ਰਮ ਹੋਇਆ। ਹੁਣ ਦੇਖੋ ਉਹਨਾਂ ਦੀ ਕੀ ਜਵਾਬਦੇਹੀ ਬਣਦੀ ਹੈ। ਤੇ ਨਵੇਂ ਜਿਹੜੇ ਗਿਆਨੇਸ਼ ਕੁਮਾਰ ਆਏ ਨੇ, ਉਹ ਕੀ ਗੁਲ ਖਿਲਾਉਂਦੇ ਨੇ, ਉਹ ਵੀ ਆਪਣੇ ਸਾਹਮਣੇ ਹੀ ਆਊਗਾ ਅੱਗੇ।
ਸੋ ਵੇਖਦੇ ਆ ਕਿਹੜੇ ਗੁੱਲ ਖਿਲਾਏ ਜਾਂਦੇ ਨੇ, ਪਰ ਕਿਉਂਕਿ ਜਿਹੜੀ ਸੰਸਥਾ ਹੁੰਦੀ ਹੈ ਉਹਦਾ ਵਰਚਸਵ ਕਾਇਮ ਰਹਿਣਾ ਚਾਹੀਦਾ ਹੈ। ਇਹ ਬੰਦੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ। ਵੈਸੇ ਤੁਸੀਂ ਕਹਿ ਦਿੰਦੇ ਹੋ ਮੇਰੇ ਫੇਵਰੇਟ, ਮੇਰੇ ਕਾਹਦੇ ਫੇਵਰੇਟ ਨੇ? ਲੋਕਾਂ ਲਈ ਕੰਮ ਕਰਨਗੇ ਤਾਂ ਅਸੀਂ ਉਹਨਾਂ ਨੂੰ ਨਹੀਂ ਇੰਨਾ ਟਕੋਰਾਂਗੇ। ਜੇਕਰ ਲੋਕਾਂ ਦੇ ਹੱਕ ਦੀ ਗੱਲ ਛੱਡ ਕੇ ਉਹ ਇੱਕ ਪਾਰਟੀ ਜਾਂ ਇੱਕ ਵਿਅਕਤੀ ਦੇ ਖਿਲਾਫ ਹੱਕ 'ਚ ਭੁਗਤਣਗੇ ਤਾਂ ਅਸੀਂ ਤਾਂ ਭਾਈ ਫਿਰ ਆਪਣੀ ਗੱਲ ਕਰਨੀ ਆ, ਲੋਕਾਂ ਦੇ ਹੱਕ ਦੀ ਗੱਲ ਕਰਦੇ ਰਹਿਣਾ। ਸੋ ਜੇਕਰ ਆਪਾਂ ਚੱਲੀਏ ਅੱਗੇ, ਪੰਜਾਬ ਆਉਨੇ ਆ। ਪੰਜਾਬ ਦੇ ਵਿੱਚ ਸਾਹਿਬ ਹੋਣਾ ਦੀ ਐਂਟਰੀ ਹੋ ਸਕਦੀ ਹੈ। ਕਹਿੰਦੇ ਸਾਹਿਬ ਤੁਸੀਂ ਸਮਝ ਹੀ ਗਏ ਹੋ, ਕੇਜਰੀਵਾਲ ਹੋਣਾ ਦੀ ਗੱਲ ਕਰ ਰਹੇ ਆ। ਤੇ ਜੇ ਪੰਜਾਬ ਚ ਆਉਣਗੇ ਤਾਂ ਫਿਰ ਤਾਂ ਮੈਨੂੰ ਲੱਗਦਾ ਕੁਰਸੀ ਮਿਲੂਗੀ, ਪਰ ਜੇ ਦਿੱਲੀ ਰਹੇ ਤਾਂ ਕਹਿੰਦੇ ਤੁਸੀਂ ਜੇਲ੍ਹ ਦਿਖਾਓਗੇ। ਫਿਰ ਕੀ ਹੈ ਜੀ ਪੂਰੀ ਖਬਰ? ਹਾਂ, ਅੱਜ ਇਹ ਚੁਟਕਲਾ ਮੇਰੇ ਦਿਮਾਗ 'ਚ ਆਇਆ ਜਦੋਂ ਮੈਂ 2 ਖਬਰਾਂ ਦੇਖ ਰਿਹਾ ਸੀਗਾ ਕਿ ਅਰਵਿੰਦ ਜੀ ਕੇਜਰੀਵਾਲ ਜੇਲ੍ਹ ਜਾਣਗੇ ਜਾਂ ਫਿਰ ਰਾਜ ਸਭਾ। ਤੇ ਜੀ ਜਿਹੜੀ ਦਿੱਲੀ ਵਿਧਾਨ ਸਭਾ ਦੇ ਵਿੱਚ ਜੋ ਕੁਛ ਕਾਰਵਾਈ ਚੱਲ ਰਹੀ ਹੈ, ਕੈਗ ਰਿਪੋਰਟ ਤੇ ਜਿਹੜਾ ਕੁਛ ਚੱਲ ਰਿਹਾ, ਉਹਦੇ ਤੋਂ ਤਾਂ ਐਂ ਲੱਗ ਰਿਹਾ ਕਿ ਜੇਲ੍ਹ ਜਾਣਗੇ। ਤੇ ਪੰਜਾਬ 'ਚ ਜਿਹੜੀ ਪੋਲੀਟੀਕਲ ਐਕਟੀਵਿਟੀ ਹੋ ਰਹੀ ਹੈ, ਉਹ ਤੋਂ ਲੱਗ ਰਿਹਾ ਕਿ ਰਾਜ ਸਭਾ ਜਾਣਗੇ। ਤੇ ਆਪਾਂ ਦੋਵੇਂ ਖਬਰਾਂ ਨੂੰ ਦੇਖ ਲੈਂਦੇ ਹਾਂ। ਪਹਿਲੀ ਖਬਰ ਦਿੱਲੀ ਤੋਂ ਹੀ, ਕੈਗ ਦੀ ਰਿਪੋਰਟ ਆਪਾਂ 2 ਦਿਨ ਪਹਿਲਾਂ ਵੀ ਬੁਲੇਟਿਨ 'ਚ ਡਿਸਕਸ ਕੀਤੀ ਸੀ। 2002 ਕਰੋੜ ਦਾ ਘੁਟਾਲਾ ਦੱਸੀ ਜਾਂਦੇ ਨੇ। ਤੇ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਕਿ ਜੇ 2002 ਕਰੋੜ ਦਾ ਘੁਟਾਲਾ ਦੱਸੀ ਜਾਂਦੇ ਨੇ ਤੇ ਕੀ ਅਰਵਿੰਦ ਕੇਜਰੀਵਾਲ ਜੇਲ੍ਹ ਜਾਣਗੇ? ਇਸ ਤੇ ਜਿਹੜੇ ਅੱਡ-ਅੱਡ ਸੁਪਰੀਮ ਕੋਰਟ ਦੇ ਲਾਇਰਸ ਹੈਗੇ, ਉਹਨਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਤੇ ਉਹ ਕਹਿ ਰਹੇ ਸੀਗੇ ਕਿ ਉਹਨਾਂ ਦੇ ਹਿਸਾਬ ਨਾਲ ਤਾਂ ਨਹੀਂ ਜਾਣਗੇ, ਕਿਉਂਕਿ ਇੱਕ ਤਾਂ ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਇਸੇ ਕੇਸ 'ਚ। ਤੇ ਜਿੰਨੇ ਵੀ ਜੋ ਵੀ ਇਹ ਸਾਰਾ ਮਾਮਲਾ ਸੀਗਾ, ਇਹ ਕੋਰਟ ਦੇ ਅੱਗੇ ਪਹਿਲਾਂ ਹੀ ਸੀਗਾ ਤੇ ਕੋਰਟ ਨੇ ਮੈਰਿਟ ਬੇਸ ਤੇ ਜ਼ਮਾਨਤ ਦਿੱਤੀ, ਉਹਨੂੰ ਇਹ ਤਾਂ ਦਿੱਤੀ ਨਹੀਂ ਕੇਜਰੀਵਾਲ ਨੂੰ। ਤੇ ਉਹਨਾਂ ਨੂੰ ਲੱਗਦਾ ਕਿ ਜਾਣਗੇ, ਜੇਲ੍ਹ ਤਾਂ ਨਹੀਂ ਜਾਣਗੇ। ਪਰ ਉਹਨਾਂ ਨੇ ਇੱਕ ਗੱਲ ਹੋਰ ਕਹੀ, ਉਹਨਾਂ ਨੇ ਕਿਹਾ ਕਿ ਜੀ ਸ਼ਾਇਦ ਸਜ਼ਾ ਵਾਲੇ ਪਾਸੇ ਵੱਧ ਸਕਦੇ ਨੇ, ਉਹਨਾਂ ਨੂੰ ਸਜ਼ਾ ਲੱਗ ਸਕਦੀ ਹੈਗੀ ਆ। ਇਹ ਜ਼ਰੂਰ ਹੋ ਸਕਦਾ ਹੈ ਕਿ ਕਿਉਂਕਿ ਜ਼ਮਾਨਤ ਮਿਲੀ ਹੋਈ ਹੈ, ਜ਼ਮਾਨਤ ਤੇ ਬਾਹਰ ਨੇ ਤੇ ਸੁਣਵਾਈ ਅੱਗੇ ਚੱਲੂਗੀ, ਚਾਰਜ ਸ਼ੀਟ ਵਗੈਰਾ ਦਾਖਲ ਕੀਤੀ ਜਾ ਸਕਦੀ ਹੈਗੀ ਤੇ ਉਸ ਤੇ ਅੱਗੇ ਸੁਣਵਾਈ ਹੋ ਕੇ ਟ੍ਰਾਇਲ ਕੰਪਲੀਟ ਹੋ ਕੇ ਸਜ਼ਾ ਵਾਲੇ ਪਾਸੇ ਵੱਧ ਸਕਦਾ ਹੈ ਮਾਮਲਾ। ਇਹ ਉਹਨਾਂ ਨੇ ਕਿਹਾ। ਤੇ ਇਹਦੇ 'ਚ ਇੱਕ ਦੂਜਾ ਸਵਾਲ ਇਹ ਸੀਗਾ ਕਿ ਇਹ 2002 ਕਰੋੜ ਦਾ ਜਿਹੜਾ ਘੁਟਾਲਾ ਹੈਗਾ, ਇਹ ਕਿਵੇਂ ਕੈਗ ਨੇ ਕਾਊਂਟ ਕੀਤਾ ਹੈਗਾ? ਇਹ ਤਾਂ ਮੈਂ ਵੀ ਦੇਖ ਰਿਹਾ ਸੀਗਾ। ਉਹਦੇ 'ਚ ਇੱਕ ਤਾਂ ਜੀ ਇਹ ਸੀਗਾ ਕਿ ਜਿਹੜੇ ਬੈਂਡ ਇਲਾਕੇ ਸੀਗੇ, ਜਿਨ੍ਹਾਂ ਤੇ ਜਿੱਥੇ ਬੈਨ ਲਾ ਰੱਖਿਆ ਸੀਗਾ, ਉੱਥੇ ਉਹਨਾਂ ਨੇ ਜਿਹੜਾ ਨੋਨ ਕਨਫਰਮਿੰਗ ਮਿਊਨਿਸਪਲ ਵਾਰਡਸ ਦੇ ਵਿੱਚ ਜਿਹੜੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਟਾਈਮ ਤੇ ਨਹੀਂ ਦਿੱਤੀ। ਉਹਦੇ ਕਰਕੇ 941 ਕਰੋੜ ਦਾ ਨੁਕਸਾਨ ਦੱਸ ਰੱਖਿਆ ਹੈਗਾ। ਇਹ ਮੈਨੂੰ ਬਹੁਤ ਵੇਗ ਗੱਲ ਲੱਗੀ। ਮੈਂ ਵੀ ਕੁਛ ਲੋਕਾਂ ਨੂੰ ਪੁੱਛ ਰਿਹਾ ਸੀਗਾ ਜਿਹੜੇ ਸ਼ਰਾਬ ਕਾਰੋਬਾਰੀ ਨੇ, ਤੇ ਉਹਨਾਂ ਤੋਂ ਪੁੱਛਿਆ ਤਾਂ ਉਹ ਕਹਿੰਦੇ ਕਿ ਇਹ ਤਾਂ ਵੇਗ ਗੱਲ ਹੈ ਕਿ ਤੁਸੀਂ ਆਪਣੀ ਪਾਲਿਸੀ 'ਚ ਕਈ ਇਲਾਕਿਆਂ ਨੂੰ ਬੈਨ ਕਰ ਦਿੰਦੇ ਹੋ ਤੇ ਉਸ ਕਰਕੇ ਮੁਨਾਫੇ ਦਾ ਨੁਕਸਾਨ ਹੋ ਰਿਹਾ ਹੈ, ਮਤਲਬ ਜਿਹੜਾ ਰੈਵਨਿਊ ਦਾ ਨੁਕਸਾਨ ਹੋ ਰਿਹਾ, ਤੇ ਤੁਸੀਂ ਉਹਨੂੰ ਘੁਟਾਲੇ ਵਾਲੀ ਸ਼੍ਰੇਣੀ 'ਚ ਪਾ ਦੋਗੇ। ਤਾਂ ਉਹਨਾਂ ਨੇ ਕੁਐਸਚਨ ਕੀਤਾ ਹੈਗਾ। ਦੂਜਾ, ਜੀ ਠੇਕੇਦਾਰਾਂ ਨੇ ਲਾਇਸੈਂਸ ਟੈਂਡਰ ਕਰ ਦਿੱਤੇ ਸੀਗੇ, ਉਸ ਤੋਂ ਬਾਵਜੂਦ ਜਿਹੜੀ ਸਰਕਾਰ ਹੈਗੀ ਉਹ ਟੈਂਡਰ ਟਾਈਮ ਨਾਲ ਨਹੀਂ ਕੱਢ ਪਾਈ। ਉਹਦੇ ਕਰਕੇ 890 ਕਰੋੜ ਦਾ ਨੁਕਸਾਨ ਦੱਸ ਰੱਖਿਆ ਹੈਗਾ ਕੈਗ ਰਿਪੋਰਟ 'ਚ। ਇਹ ਵੀ ਆਪਣੇ ਆਪ 'ਚ ਅਜੀਬ ਜੀ ਗੱਲ ਹੈਗੀ ਆ ਕਿ ਠੀਕ ਹੈ ਕਿ ਸਰਕਾਰ ਮੰਨ ਲਓ 10-15 ਦਿਨ, ਮਹੀਨਾ ਲੇਟ ਹੋ ਜਾਵੇ ਕਿਸੇ ਕੰਮ ਨੂੰ ਕਰਦਿਆਂ, ਕੋਈ ਹੋਰ ਵੀ ਚੀਜ਼ਾਂ ਚੱਲਦੀਆਂ ਹੁੰਦੀਆਂ ਨੇ, ਤੇ ਤੁਸੀਂ ਉਹਨੂੰ ਘੁਟਾਲੇ ਵਾਲੀ ਸ਼੍ਰੇਣੀ 'ਚ ਕਿਵੇਂ ਪਾ ਸਕਦੇ ਹੋ? ਹੈਂ? ਇਹ 2-3 ਗੱਲਾਂ ਨੇ ਜਿੱਤੋਂ ਲੱਗਦਾ ਹੈਗਾ ਕਿ ਕੁਝ ਚੀਜ਼ਾਂ ਮਤਲਬ ਜਿਸ ਹਿਸਾਬ ਨਾਲ ਦਿਖਾਈਆਂ ਜਾ ਰਹੀਆਂ ਨੇ, ਉਨੇ ਠੀਕ ਨਹੀਂ। ਹਾਲਾਂਕਿ ਇਹਦੇ 'ਚ 1-2 ਚੀਜ਼ਾਂ ਨੇ ਜਿਹੜੀਆਂ ਅੱਖਾਂ ਖੜੀਆਂ, ਮਤਲਬ ਜਿਨ੍ਹਾਂ ਵੱਲ ਅੱਖਾਂ ਜਾਂਦੀਆਂ ਨੇ। ਪਰ ਇਹ ਮਾਮਲਾ ਬਹੁਤ ਛੋਟਾ ਹੈਗਾ। ਜੀ ਇੱਕ ਤਾਂ ਜਿਹੜੇ ਲੋਕਲ ਲਾਇਸੈਂਸਧਾਰੀ ਸੀ, ਉਹਨਾਂ ਤੋਂ ਨਾ ਸਿਕਿਉਰਿਟੀ ਨਹੀਂ ਵਸੂਲੀ ਗਈ। ਜੀ ਠੀਕ ਹੈ, 27 ਕਰੋੜ ਦੇ ਨੇੜੇ ਤੇੜੇ ਦਾ ਉਹ ਬਣਦਾ ਹੈ। ਇੱਕ ਤਾਂ ਉਹਦੇ ਤੇ ਮੈਨੂੰ ਲੱਗਦਾ ਕਿ ਹਾਂ, ਉਹ ਇੱਕ ਘੁਟਾਲਾ ਹੈਗਾ ਕਿ ਤੁਸੀਂ ਸਿਕਿਉਰਿਟੀ ਡਿਪੋਜ਼ਿਟ ਹੀ ਨਹੀਂ ਲੈ ਰਹੇ। ਠੀਕ ਹੈ, ਇਹ ਇੱਕ ਤਾਂ ਉਹ L1 ਵੀ ਲੱਗਦਾ ਗਾ। ਜਿਹੜੇ L1 ਲਾਇਸੈਂਸ ਦਿੰਦੇ ਨੇ ਉਹਨਾਂ ਦੀ ਗੱਲ ਹੈ? ਹਾਂ, ਇਹ ਜਿਹੜੇ ਲੋਕਲ ਲਾਇਸੈਂਸ ਮਿਲਦੇ ਨੇ, ਜੀ ਜੀ L1 ਤਾਂ ਸ਼ਰਾਬ ਥੋੜਾ ਵੱਡਾ ਹੁੰਦਾ ਹੈ। L1 ਤਾਂ ਵੱਡਾ ਹੁੰਦਾ ਹੈ। L1 ਦੇ ਜੀ ਥੱਲੇ ਦੁਕਾਨਾਂ, ਜਿਹਨੂੰ ਆਪਾਂ ਲਿਕਰ ਸ਼ੋਪਸ ਕਹਿ ਕੇ ਇਹ ਲਾਇਸੈਂਸ ਵੰਡੇ ਜਾਂਦੇ ਨੇ, ਉਹਨਾਂ ਦੀ ਗੱਲ ਹੋ ਰਹੀ ਜੀ ਹੈ। ਜੀ ਜੀ ਹਾਂ, ਤੇ ਇੱਕ ਤਾਂ ਉਹ ਲੱਗਦਾ ਗਾ ਮੈਨੂੰ ਕਿ ਉਹਦੇ 'ਚ ਮਾੜੀ ਮੋਟੀ ਗੜਬੜ ਹੋ ਸਕਦੀ ਹੈਗੀ ਆ। ਹਾਲਾਂਕਿ ਜਿਹੜੀ ਬੀਜੇਪੀ ਇਸ ਚੀਜ਼ ਨੂੰ ਕਹਿ ਰਹੀ ਹੈ ਕਿ ਇਹ ਤਾਂ ਸਾਊਥ ਇੰਡੀਆ ਦੀ ਲਿਕਰ ਲੌਬੀ ਨੂੰ ਇੱਥੇ ਸਥਾਪਿਤ ਕਰਨਾ ਚਾਹ ਰਹੇ ਸੀਗੇ। ਇਹਦੇ 'ਚ ਹਾਲਾਂਕਿ ਮਾੜਾ ਮੋਟਾ ਦਮ ਤਾਂ ਹੈਗਾ, ਪਰ ਇਹਦੇ 'ਚ ਦਿੱਕਤ ਇਹ ਹੈ ਕਿ ਉਹ ਜਿਹੜੀ ਸਾਊਥ ਇੰਡੀਆ ਦੀ ਲੌਬੀ ਨੂੰ ਜਿਹਨੂੰ ਐਸਟੈਬਲਿਸ਼ ਕਰਨ ਦੀ ਬੀਜੇਪੀ ਗੱਲ ਕਰ ਰਹੀ, ਉਹ ਤੋਂ ਤਾਂ ਬੀਜੇਪੀ ਚੰਦਾ ਲੈਂਦੀ ਰਹੀ ਹੈ। 55 ਕਰੋੜ ਦਾ ਜਿਹੜਾ ਚੰਦਾ ਹੈਗਾ, ਬੀਜੇਪੀ ਨੇ ਲਿੱਤਾ ਹੈਗਾ ਉਸ ਬੰਦੇ ਤੋਂ, ਸਾਊਥ ਇੰਡੀਆ ਵਾਲੇ ਤੋਂ।
ਤੇ ਇਹ ਕਈ ਚੀਜ਼ਾਂ ਨੇ ਖਸੀ ਫਿਸ਼ੀ ਹੈਗੇ ਆ, ਮਤਲਬ ਤੁਸੀਂ ਡਾਇਰੈਕਟ ਨਹੀਂ ਕਹਿ ਸਕਦੇ। ਇਸੇ ਕਰਕੇ ਜਿਹੜੇ ਸੁਪਰੀਮ ਕੋਰਟ ਦੇ ਲਾਇਰਸ, ਵਿਰਾਗ ਗੁਪਤਾ ਹੋਣਾ ਨਾਲ ਗੱਲ ਹੋ ਰਹੀ ਸੀ, ਵਿਰਾਗ ਗੁਪਤਾ ਹੋਣਾ ਦਾ ਕਹਿਣਾ ਹੈ ਕਿ ਟ੍ਰਾਇਲ ਵਾਲੇ ਪਾਸੇ ਕੇਸ ਵੱਧ ਸਕਦਾਗਾ, ਸਜ਼ਾ ਵਗੈਰਾ ਵਾਲੇ ਪਾਸੇ ਵੱਧ ਸਕਦਾਗਾ, ਜ਼ਮਾਨਤ ਤਾਂ ਉਹਨਾਂ ਨੂੰ ਰਹੂਗੀ, ਜੇਲ੍ਹ ਤਾਂ ਨਹੀਂ ਜਾਂਦੇ। ਹੁਣ ਦੂਜੀ ਖਬਰ ਕਿ ਜੇਲ੍ਹ ਤਾਂ ਨਹੀਂ ਜਾ ਰਹੇ ਹਜੇ, ਤਾਂ ਕੀ ਰਾਜ ਸਭਾ ਜਾਣਗੇ, ਉਹਦਾ ਖਬਰ ਦਾ ਚੱਕਰ ਇਹ ਹੈ ਕਿ ਜਿਹੜਾ ਲੁਧਿਆਣਾ ਵੈਸਟ ਤੋਂ ਬਾਈ ਇਲੈਕਸ਼ਨ ਹੋਣ ਜਾ ਰਿਹਾ ਹੈ, ਉਹਦੇ ਚ ਸੰਜੀਵ ਅਰੋੜੇ ਨੂੰ ਜਿਹੜੀ ਹੈਗਾ ਆਪਣਾ ਕੈਂਡੀਡੇਟ ਬਣਾਇਆ ਆਮ ਆਦਮੀ ਪਾਰਟੀ ਨੇ, ਤੇ ਉਹ ਰਾਜ ਸਭਾ ਦੇ ਸਾਂਸਦ ਨੇ, ਤੇ ਇੱਕ ਹਿਸਾਬ ਨਾਲ ਉਹ ਆਪਣੀ ਸੀਟ ਛੱਡਣਗੇ। ਤੇ ਉਹ ਸੀਟ ਕਿਸ ਦੇ ਵਾਸਤੇ ਛੱਡ ਰਹੇ ਨੇ, ਕਿ ਉਹ ਮਨੀਸ਼ ਸਿਸੋਦੀਆ ਵਾਸਤੇ ਛੱਡ ਰਹੇ ਨੇ ਜਾਂ ਅਰਵਿੰਦ ਕੇਜਰੀਵਾਲ ਵਾਸਤੇ ਛੱਡ ਰਹੇ ਨੇ, ਇੱਕ ਵੱਡਾ ਕੁਐਸਚਨ ਹੈਗਾ। ਤੇ ਲੋਕ ਕਹਿ ਰਹੇ ਨੇ, ਮਤਲਬ ਗੱਲ ਤਾਂ ਲਗਾਤਾਰ ਹੋ ਹੀ ਰਹੀ ਹੈ ਕਿ ਇਹ ਅਰਵਿੰਦ ਕੇਜਰੀਵਾਲ ਬਾਰੇ ਗੱਲ ਹੋ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਵਾਸਤੇ ਇਹ ਸੀਟ ਛੱਡੀ ਜਾ ਰਹੀ ਹੈ। ਬੀਜੇਪੀ ਦੇ ਜਿਹੜੇ ਆਈਟੀ ਸੈੱਲ ਦੇ ਪ੍ਰਮੁੱਖ ਹੈਗੇ ਅਮਿਤ ਮਾਲਵੀਆ, ਉਹਨੇ ਵੀ ਟਵੀਟ ਕਰਕੇ ਕਿਹਾ ਹੈਗਾ, ਸੁਖਪਾਲ ਖਹਿਰਾ ਕਾਂਗਰਸੀ ਆਗੂ, ਉਹਨਾਂ ਨੇ ਵੀ ਕਿਹਾ, ਤੇ ਹੋਰ ਜਿਹੜੇ ਅਕਾਲੀ ਦਲ ਦੀ ਜਿਹੜੀ ਪੂਰੀ ਟੀਮ ਹੈ ਉਹ ਵੀ ਇਸ ਚੀਜ਼ ਤੇ ਲੱਗੀ ਹੋਈ ਹੈ। ਤੇ ਸਾਡਾ ਵੀ ਇਹ ਅਨੁਮਾਨ ਹੈ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਵਾਸਤੇ ਹੀ ਸੀਟ ਖਾਲੀ ਕੀਤੀ ਜਾ ਰਹੀ ਹੈ। ਪਰ ਇੱਕ ਤੁਸੀਂ ਮਜ਼ੇਦਾਰ ਗੱਲ, ਅਰਵਿੰਦ ਕੇਜਰੀਵਾਲ ਹੈਗੇ ਆ ਜੀ, ਇਹਨਾਂ ਨੇ ਜਿੰਨੇ ਵੀ ਰਾਜ ਸਭਾ ਸਾਂਸਦ ਬਣਾਏ, ਇਹਨਾਂ ਚੋਂ ਸਾਰੇ ਏਦਾਂ ਦੇ ਨੇ ਜਿਹੜੇ ਕਿ ਜ਼ਿਆਦਾਤਰ ਏਦਾਂ ਦੇ ਨੇ ਜਿਹੜੇ ਕਿ ਨੋਨ ਪੋਲੀਟੀਕਲ ਨੇ। ਸੰਜੇ ਸਿੰਘ ਵਧੀਆ ਚੁੱਕ ਸੀਗੀ, ਜਿਵੇਂ ਸਵਾਤੀ ਮਾਲੀਵਾਲ ਬਣਾਈ, ਉਹ ਸਵਾਤੀ ਮਾਲੀਵਾਲ ਨੂੰ ਜਦੋਂ ਤੋਂ ਰਾਜ ਸਭਾ ਸਾਂਸਦ ਬਣਾਇਆ ਉਦੋਂ ਤੋਂ ਹੀ ਉਹ ਪਾਰਟੀ ਨੂੰ ਗਾਲਾਂ ਕੱਢਣ ਨੂੰ ਲੱਗੀ ਹੋਈ, ਨਾ ਉਹ ਇਸਤੀਫਾ ਦੇ ਰਹੀ, ਨਾ ਉਹ ਪਾਰਟੀ ਤੋਂ ਇਸਤੀਫਾ ਦੇ ਰਹੀ ਹੈਗੀ ਆ। ਹਰਭਜਨ ਸਿੰਘ ਇਸ ਕੰਮ ਦਾ ਰਾਜ ਸਭਾ ਸਾਂਸਦ ਹੈ, ਦੱਸੋ ਕਿਉਂ ਬਣਾਇਆ ਗਿਆ ਹੈ? ਠੀਕ ਹੈ, ਕ੍ਰਿਕਟਰ ਆਪਣੀ ਥਾਂ ਵਧੀਆ ਹੋਊਗਾ, ਪਰ ਉਹਨੇ ਕਿਹੜਾ ਪੰਜਾਬ 'ਚ ਸਪੋਰਟਸ ਨੂੰ ਹੀ ਬਦਲਣ ਦਾ ਪੂਰਾ ਬੇੜਾ ਚੱਕਿਆ ਹੋਇਆ? ਏਦਾਂ ਦਾ ਵੀ ਨਹੀਂ ਹੈ ਕਿ ਉਹ ਪੰਜਾਬ ਦੇ ਪਿੰਡਾਂ 'ਚ ਫਿਰ ਰਿਹਾ ਹੋਵੇ ਹਰਭਜਨ ਸਿੰਘ, ਤੇ ਕਹਿ ਰਿਹਾ ਅਸੀਂ ਕੁਸ਼ਤੀ ਨੂੰ ਅੱਗੇ ਲੈ ਕੇ ਜਾਵਾਂਗੇ, ਕਬੱਡੀ ਨੂੰ ਅੱਗੇ ਲੈ ਕੇ ਜਾਵਾਂਗੇ, ਜਾਂ ਫਿਰ ਪੰਜਾਬ ਦੀਆਂ ਗਰਾਊਂਡਾਂ ਤੇ ਕੰਮ ਕਰ ਰਿਹਾ ਹੋਵੇ, ਜਾਂ ਨਸ਼ੇ ਤੇ ਗੱਲ ਕਰ ਸਕਦਾ ਸਪੋਰਟਸਮੈਨ। ਤੇ ਹੋਰ ਬਿਜ਼ਨਸਮੈਨ, ਤੁਸੀਂ ਮਿੱਤਲ ਵਾਲਾ ਐਗਜ਼ਾਮਪਲ ਲੈ ਲਓ, ਸਾਨੀ ਵਾਲਾ ਐਗਜ਼ਾਮਪਲ ਲੈ ਲਓ, ਕੀ ਨੇ ਮਤਲਬ ਨੋਨ ਪੋਲੀਟੀਕਲ ਬੰਦਿਆਂ ਨੂੰ ਤੁਸੀਂ ਰਾਜ ਸਭਾ ਖਰਾਬ ਕਰ ਲਈ। ਤੇ ਹੁਣ ਜਦੋਂ ਆਪ ਆ ਜੀ ਮਿੱਤਲ ਸਾਹਿਬ ਤੇ ਮੈਂ ਟਿੱਪਣੀ ਕਰਨਾ ਚਾਹੂੰਗਾ ਪੁਨੀਆ ਜੀ, ਜੇ ਤੁਸੀਂ ਇਜਾਜ਼ਤ ਦਿਓ ਤਾਂ ਛੋਟੀ ਜੀ। ਬਿਲਕੁਲ ਜੀ, ਇਹ ਗੱਲ ਇਹ ਹੈ ਕਿ ਜੇਕਰ ਤੁਸੀਂ ਮਿੱਤਲ ਸਾਹਿਬ ਦੀ ਗੱਲ ਕਰਦੇ ਹੋ, ਉਹਨਾਂ ਨੂੰ ਤੁਸੀਂ ਭੇਜਿਆ ਰਾਜ ਸਭਾ ਦੇ ਵਿੱਚ, ਕਿ ਪੰਜਾਬ ਦੇ ਨੌਜਵਾਨਾਂ ਦੇ ਲਈ ਜਿਹੜੇ ਕਿ ਬੈਕਗ੍ਰਾਉਂਡ ਇਦਾਂ ਦੀ ਤੋਂ ਆਉਂਦੇ ਨੇ, ਜਿਹੜੇ ਪਛੜੇ ਹੋਏ ਨੇ ਜਾਂ ਫਿਰ ਬਹੁਤ ਮਾਤੜ ਨੇ, ਕਿ ਮਿੱਤਲ ਸਾਹਿਬ ਉੱਥੇ ਜਾ ਕੇ ਗੱਲ ਕਰਨਗੇ ਉਹਨਾਂ ਦੇ ਲਈ ਵੀ ਆਪਾਂ ਐਜੂਕੇਸ਼ਨ ਢਾਂਚੇ ਨੂੰ ਇਹੋ ਜਿਹਾ ਕਰੀਏ ਕਿ ਉਹ ਵੀ ਬੱਚੇ ਪੜ੍ਹ ਸਕਣ? ਨਹੀਂ ਕਰਨਗੇ, ਕਿਉਂਕਿ ਉਹਨਾਂ ਦੀ ਆਪ ਦੀ ਬਹੁਤ ਵੱਡੀ, ਬਹੁਤ ਲੈਵਿਸ਼ ਯੂਨੀਵਰਸਿਟੀ ਹੈ, ਜਿਹਨੂੰ ਚਲਾਉਣ ਦੇ ਲਈ ਬਹੁਤ ਵੱਡੇ ਵੱਡੇ ਫੰਡ ਲੱਗਦੇ ਨੇ। ਤੇ ਜੇਕਰ ਇਦਾਂ ਦੀਆਂ ਨੀਤੀਆਂ ਪੰਜਾਬ ਚ ਆਉਣਗੀਆਂ ਜਿਹੜੇ ਲੋਕਾਂ ਨੂੰ ਸੁਖਾਲੇ ਤੌਰ ਦੇ ਉੱਪਰ ਸੁਰੱਖਿਆ ਤੇ ਸਿੱਖਿਆ ਮੁਹੱਈਆ ਕਰਾਉਣਗੇ, ਤਾਂ ਫਿਰ ਉਹਨਾਂ ਦਾ ਕੰਮ ਕਿੱਦਾਂ ਚੱਲੂਗਾ? ਆਸ ਵੀ ਨਹੀਂ ਕਰ ਸਕਦੇ ਤੁਸੀਂ। ਸੀਚੇਵਾਲ ਸਾਹਿਬ ਬਿਲਕੁਲ ਨਾਨ ਪੋਲੀਟੀਕਲ ਸੀ, ਉਹ ਵੀ ਗਏ ਨੇ, ਹਾਲੇ ਤੱਕ ਉਹਨਾਂ ਨੇ ਵੀ ਕੋਈ ਸੁਚਾਰੂ ਕੰਮ ਜਾਂ ਬਹੁਤ ਵੱਡਾ ਕੰਮ, ਚਲੋ ਮੰਨ ਲਓ ਉਹਨਾਂ ਦਾ ਖੇਤਰ ਜਿਹੜਾ এনवायरमेंट ਹੈ ਉਹਦੇ ਤੇ ਕੋਈ ਕੀਤਾ ਹੋਵੇ, ਉਹਨਾਂ ਨੇ ਵੀ ਕੁਝ ਨਹੀਂ ਕੀਤਾ। ਜੀ ਤੁਸੀਂ ਕੈਰੀ ਔਨ ਕਰ ਸਕਦੇ ਹੋ। ਹਾਂਜੀ, ਬਿਲਕੁਲ ਨੋਨ ਪੋਲੀਟੀਕਲ ਬੰਦਿਆਂ ਨੂੰ ਇਹਨਾਂ ਨੇ ਰਾਜ ਸਭਾ ਭੇਜਿਆਗਾ, ਉਹਦਾ ਹੁਣ ਖਾਮਿਆਜ਼ਾ ਭੁਗਤ ਰਹੇ ਨੇ। ਅਗਲੇ ਅਸਤੀਫਾ ਵੀ ਨਹੀਂ ਦੇ ਰਹੇ, ਇਹ ਵੀ ਨਹੀਂ ਕਿ ਹਰਭਜਨ ਸਿੰਘ ਹੁਣ ਇਸਤੀਫਾ ਦੇ ਕੇ ਕਹਿ ਦੇਵੇ ਕਿ ਮਨੀਸ਼ ਸਿਸੋਦੀਆ ਜੀ ਤੁਸੀਂ ਚਲੇ ਜਾਓ, ਤੁਸੀਂ ਚੋਣ ਹਾਰ ਗਏ ਹੋ। ਏਦਾਂ ਦੀ ਵੀ ਕੁਝ ਨਜ਼ਰ ਨਹੀਂ ਆ ਰਿਹਾ, ਤੇ ਇਹ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਫਸ ਗਏ ਹੈਗੇ ਆ। ਤੇ ਅਸੀਂ ਪੁਸ਼ਟੀ ਨਹੀਂ ਕਰਦੇ, ਪਰ ਪੁਨੀਆ ਜੀ ਗੱਲਾਂ ਇਹ ਵੀ ਨਿਕਲ ਕੇ ਬਾਹਰ ਆਈਆਂ ਸੀ ਕਿ ਭਾਈ ਹੁਣ ਕਿੱਦਾਂ ਛੱਡਣ ਉਹ, ਕਿਉਂਕਿ ਉਹਨਾਂ ਨੇ ਮੋਟੇ ਫੰਡ ਦਿੱਤੇ ਨੇ, ਮੋਟੇ ਫੰਡਾਂ ਦੇ ਇਹ ਤਾਂ ਮਿੱਤਲ ਸਾਹਿਬ ਦੀ ਮੈਂ ਗੱਲ ਦੱਸ ਦਿੰਦਾ। ਤੇ ਉਹਨਾਂ ਨੇ, ਮੈਂ ਸ਼ਸ਼ੀ ਥਰੂਰ ਦਾ ਇੰਟਰਵਿਊ ਕਰਨ ਗਿਆ ਸੀਗਾ, ਤੇ ਸ਼ਸ਼ੀ ਥਰੂਰ ਨੂੰ ਤੁਹਾਡੇ ਮਿੱਤਲ ਸਾਹਿਬ ਆਪਣੀ ਜਿਹੜੀ ਉਹ ਦੁਕਾਨ ਹੈਗੀ ਆ ਲਵਲੀ ਸਵੀਟਸ, ਉਹ ਦਿਖਾਉਣ ਵਾਸਤੇ ਗਏ ਹੋਏ ਸੀ, ਤੇ ਸ਼ਸ਼ੀ ਥਰੂਰ ਨੇ ਸਾਨੂੰ ਵੀ ਨਾਲ ਲੈ ਲਿਆ, ਤੇ ਅਸੀਂ ਪਹਿਲੀ ਵਾਰ ਮੈਂ ਉਹ ਲਵਲੀ ਸਵੀਟਸ ਦੇਖੀ ਸੀਗੀ, ਕਈ ਮੰਜ਼ਿਲਾ ਬਣਾ ਰੱਖੀ ਉਹ ਜਲੰਧਰ 'ਚ। ਤੇ ਉਸ ਤੋਂ ਬਾਅਦ ਉਹ ਜਿਹੜੇ ਬਦਾਮ ਵਗੈਰਾ ਤੇ ਕਾਜੂ ਵਗੈਰਾ ਜਿਹੜੇ ਮਠਾਈ 'ਚ ਉਹਨਾਂ ਨੇ ਬਣਵਾ ਰੱਖੇ ਸੀ, ਉਹ ਖਵਾਉਣ ਤੋਂ ਬਾਅਦ ਸ਼ਸ਼ੀ ਥਰੂਰ ਨੂੰ ਕਹਿੰਦੇ, ਕਿਉਂਕਿ ਸ਼ਸ਼ੀ ਥਰੂਰ ਤਾਂ ਕਾਂਗਰਸ ਦਾ ਆਗੂ ਸੀਗਾ, ਉਹਨੂੰ ਕਹਿੰਦੇ ਕਿ ਥਰੂਰ ਸਾਹਿਬ ਸਾਨੂੰ ਤੁਸੀਂ ਆਮ ਆਦਮੀ ਪਾਰਟੀ ਦੇ ਆਗੂ ਨਾ ਜਾਣਿਓ, ਅਸੀਂ ਤਾਂ ਆਪਣੇ ਹਿਸਾਬ ਨਾਲ ਫੰਡ ਵਗੈਰਾ ਦੇ ਕੇ ਅਸੀਂ ਰਾਜ ਸਭਾ ਲੈ ਕੇ ਆਏ ਹਾਂ। ਇਹ ਗੱਲ ਉਹਨਾਂ ਨੇ ਆਪ ਕਹੀ। ਸਾਡਾ ਤਾਂ ਬੀਜੇਪੀ ਨਾਲ ਵੀ ਚੰਗਾ ਹੈਗਾ, ਕਾਂਗਰਸ ਨਾਲ ਵੀ ਸਾਡੀ ਵਧੀਆ ਬਣਦੀ ਹੈ। ਅਸੀਂ ਤਾਂ ਜਿਨ੍ਹਾਂ ਨੇ ਬਿਜ਼ਨਸ ਕਰਨਾ ਹੈ ਉਹਨਾਂ ਨੂੰ ਤਾਂ ਸਾਰੇ ਪਾਸੇ ਹੱਥ ਰੱਖਣਾ ਪੈਣਾ ਭਾਈ, ਵੀ ਕਿਸੇ ਟਾਈਮ ਵੀ ਗੇਮ ਪਲਟ ਸਕਦੀ ਹੈ, ਕੀ ਪਤਾ ਕੱਲ ਨੂੰ ਸੱਤਾ 'ਚ ਕਿਹਨੇ ਆ ਜਾਣਾ। ਹੁਣ ਆ ਹੀ ਗਏ ਅਗਲੇ ਦਿੱਲੀ 'ਚ। ਬਿਲਕੁਲ। ਸੋ ਆਪਾਂ ਅਗਲੀ ਖਬਰ ਦਾ ਰੁਖ ਕਰਦੇ ਹਾਂ, ਤੇ ਅਗਲੀ ਖਬਰ ਪੰਜਾਬ ਤੇ ਪੰਜਾਬੀ ਭਾਸ਼ਾ ਦੇ ਨਾਲ ਜੁੜੀ ਹੋਈ ਹੈ। ਪੰਜਾਬੀ ਭਾਸ਼ਾ ਨੂੰ ਲੈ ਕੇ ਹੁਣ ਮਾਹੌਲ ਗਰਮਾ ਗਿਆ, ਕਿਉਂਕਿ CBSE ਦੇ
ਨਵੇਂ ਪੈਟਰਨ ਜਿਹੜੇ ਪੇਪਰ ਦੇ ਆਏ ਨੇ ਉਹਦੇ ਤੇ ਗੱਲ ਹੋ ਰਹੀ ਹੈ। ਖਬਰ ਕੀ ਹੈ ਜੀ ਇਹ ਪੂਰੀ? ਖਬਰ ਤਾਂ ਇਹ ਹੈ ਕਿ ਜਿਹੜੇ ਸੀਬੀਐਸਈ ਦਾ ਨਵਾਂ ਪੈਟਰਨ ਤੇ ਜਿਹੜੇ ਐਗਜ਼ਾਮ ਹੈਗੇ ਉਹਨਾਂ 'ਚ ਐਗਜ਼ਾਮ ਪੰਜਾਬੀ ਦਾ ਹੋ ਹੀ ਨਹੀਂ ਰਿਹਾ। ਇਹ ਇਸ਼ੂ ਬਣਿਆਗਾ ਤੇ ਜਿਹੜੇ ਆਪਣੇ ਪੰਜਾਬ ਦੇ ਸਿੱਖਿਆ ਮੰਤਰੀ ਹੈਗੇ ਆ ਹਰਜੋਤ ਸਿੰਘ ਬੈਂਸ, ਉਹਨਾਂ ਨੇ ਉਹ ਤਾਂ ਹਾਲਾਂਕਿ ਉਹ ਜਿਹੜਾ ਉਹਨਾਂ ਦਾ ਬੈਕਗਰਾਉਂਡ ਹੈ ਵੀਡੀਓ ਦਾ ਉਹ ਤੋਂ ਸਾਫ਼ ਨਜ਼ਰ ਆ ਰਿਹਾ ਕਿ ਉਹ ਕਿਤੇ ਵੈਕੇਸ਼ਨ ਤੇ ਗਏ ਹੋਏ ਸੀਗੇ ਤੇ ਉਸ ਵੈਕੇਸ਼ਨ ਛੁੱਟੀ ਤੋਂ ਹੀ ਉਹਨਾਂ ਨੇ ਵੀਡੀਓ ਬਣਾ ਕੇ ਪਾਇਆਗਾ ਕਿ ਅਸੀਂ ਉਹਨੂੰ ਖਾਰਜ ਕਰਦੇ ਹੈਗੇ ਆ ਤੇ ਜੀ ਬੈਂਸ ਜਿਹੜੇ ਹਰਜੋਤ ਬੈਂਸ ਹੈਗੇ ਉਹਨਾਂ ਨੇ ਦੱਸਿਆਗਾ ਕਿ ਕਿਵੇਂ ਜਿਹੜਾ ਇਹ ਸੀਬੀਐਸਈ ਦਾ 10th ਕਲਾਸ ਦੇ ਬੋਰਡ ਦਾ ਜਿਹੜਾ ਨਵਾਂ ਪੈਟਰਨ ਲਾਗੂ ਹੋਇਆ ਉਹਦੇ 'ਚ ਪੰਜਾਬੀ ਸਬਜੈਕਟ ਹੈ ਉਹਨੂੰ ਹੀ ਹਟਾਉਣ ਦੀ ਜਿਹੜੀ ਸਾਜ਼ਿਸ਼ ਹੈ ਉਹ ਕੀਤੀ ਗਈ ਹੈਗੀ ਆ। ਉੱਦਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਹੈਗੇ ਆ ਤੇ ਸਾਬਕਾ ਡਿਪਟੀ ਚੀਫ ਮਿਨਿਸਟਰ ਸੁਖਬੀਰ ਬਾਦਲ ਨੇ ਵੀ ਇਸ ਇਸ਼ੂ ਨੂੰ ਚੱਕਿਆਗਾ। ਉਹਨਾਂ ਨੇ ਵੀ ਟਵੀਟ ਕੀਤਾ ਇਸ ਮੁੱਦੇ ਤੇ ਹੋਰ ਜਿਹੜੇ ਕਾਂਗਰਸ ਦੇ ਉਹ ਜਿੰਨੇ ਵੀ ਲੀਡਰ ਹੈਗੇ ਆ, ਚਾਹੇ ਸੱਤਾ ਧਿਰ ਦੇ ਹੋਣ ਜਾਂ ਫਿਰ ਬਾਹਰ ਦੇ ਹੋਣ, ਆਪੋਜੀਸ਼ਨ ਵਾਲੇ ਹੋਣ, ਸਾਰੇ ਇੱਕ ਹਿਸਾਬ ਨਾਲ ਟਵੀਟ ਕਰੇ ਜਾ ਰਹੇ ਨੇ, ਕਹੀ ਜਾ ਰਹੇ ਨੇ। ਜਿਹੜਾ ਇਹ ਪੰਜਾਬੀ ਲੈਂਗੁਏਜ ਵਾਲਾ ਇਸ਼ੂ ਨਹੀਂ, ਆਪਾਂ ਲਗਾਤਾਰ 3-4 ਦਿਨਾਂ ਤੋਂ ਤਮਿਲ ਲੈਂਗੁਏਜ ਵਾਲਾ ਇਸ਼ੂ ਕਵਰ ਕਰ ਹੀ ਰਹੇ ਹਾਂ। ਜਿਹੜਾ ਗੈਰ ਹਿੰਦੀ ਭਾਸ਼ੀ ਸੂਬੇ ਨੇ, ਜਿਹੜੇ ਨੌਨ ਹਿੰਦੀ ਸਪੀਕਿੰਗ ਸਟੇਟਸ ਹੈਗੇ ਆ, ਉਹਨਾਂ 'ਚ ਇਹ ਹਿੰਦੀ ਦੀ ਐਂਟਰੀ ਮਰਵਾਉਣ ਜਾ ਰਹੇ ਨੇ ਤੇ ਉਹਨਾਂ ਦੀ ਜਿਹੜੀਆਂ ਆਪ ਦੀਆਂ ਭਾਸ਼ਾਵਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਆਈਸੋਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅੱਜ ਤੇਲੰਗਾਨਾ ਦੇ ਵਿੱਚ ਇੱਕ ਗੱਲ ਹੋਰ ਤੁਹਾਨੂੰ ਦੱਸਦਾ, ਤੇਲੰਗਾਨਾ 'ਚ ਵੀ ਜਿਹੜੇ ਤੇਲੰਗਾਨਾ ਦੇ ਸੀਐਮ ਸਾਹਿਬ ਹੈਗੇ ਆ ਰੇਵੰਤ ਰੈਡੀ, ਉਹਨਾਂ ਨੇ ਚਾਹੇ ਆਈਸੀਐਸਈ ਬੋਰਡ ਹੋ, ਸੀਬੀਐਸਈ ਬੋਰਡ ਹੋ, ਕੋਈ ਬੋਰਡ ਹੋਵੇ, ਤੇਲਗੂ ਪੜ੍ਹਾਈ ਜਾਵੇਗੀ, ਇਹ ਅੱਜ ਉਹਨਾਂ ਨੇ ਐਕਟ ਉੱਥੇ ਪਾਸ ਕੀਤਾਗਾ। ਤੇ ਤਮਿਲਨਾਡੂ 'ਚ ਤੁਹਾਨੂੰ ਪਤਾ ਹੀ ਉਹ ਟਰਾਈ ਲੈਂਗੁਏਜ ਫਾਰਮੂਲਾ ਦਾ ਖਿਲਾਫਤ ਕਰ ਰਹੇ ਨੇ, ਕਹਿ ਰਹੇ ਨੇ ਕਿ ਹਿੰਦੀ ਸਾਡੇ ਕੋਈ ਬੋਲਦਾ ਨਹੀਂ, ਕੋਈ ਜਾਣਦਾ ਨਹੀਂ, ਅਸੀਂ ਕੀ ਕਰਾਂਗੇ ਹਿੰਦੀ ਦਾ। ਉਹ ਹਿੰਦੀ ਨੂੰ ਨਹੀਂ ਵੜਨ ਦੇ ਰਹੇ ਆਪਣੇ ਸਟੇਟ 'ਚ। ਤੇ ਪੰਜਾਬ 'ਚ ਤੁਸੀਂ ਦੇਖੋ ਪੰਜਾਬੀ ਨੂੰ ਹੀ ਸੀਬੀਐਸਈ ਬੋਰਡ ਤੋਂ ਹਟਾ ਦਿੱਤਾ। ਮੈਨੂੰ ਲੱਗਦਾ ਕਿ ਇਹ ਸਿਰਫ ਵੀਡੀਓ ਬਣਾ ਕੇ ਜਾਂ ਟਵੀਟ ਕਰਕੇ ਚੀਜ਼ਾਂ ਨਹੀਂ ਸਰਨੀਆਂ। ਮੈਂ ਬਾਰ-ਬਾਰ ਕਹਿ ਰਿਹਾ ਕਿ ਤੁਸੀਂ ਇਹਨਾਂ ਦੇ ਏਜੰਡੇ ਨੂੰ ਸਮਝੋ। ਹਿੰਦੀ, ਹਿੰਦੂ, ਹਿੰਦੁਸਤਾਨ ਅਗਲੇ ਤੁਹਾਡੀ ਜਿਹੜੀ ਮਾਂ ਬੋਲੀ ਹੈਗੀ ਆ ਉਹਨੂੰ ਖਤਮ ਕਰਨਗੇ। ਉਹ ਖਤਮ ਕਰਨ ਤੱਕ ਜਾਣਗੇ। ਇਕਰੂਪਤਾ ਦੇਖੋ, ਠੀਕ ਹੈ ਕਿ ਡਾਇਵਰਸਿਟੀ ਹੈਗੀ ਆ, ਤੇ ਪਰ ਡਾਇਵਰਸਿਟੀ ਦੁਸ਼ਮਣ ਨੇ ਅਗਲੇ, ਤੇ ਇਹਨਾਂ ਦਾ ਹਿਡਨ ਏਜੰਡਾ ਵੀ ਨਹੀਂ ਹੈ, ਤਾਂ ਓਪਨ ਐਂਡ ਲਾਊਡ ਏਜੰਡਾ ਇਹਨਾਂ ਦਾ। ਤੇ ਮੈਨੂੰ ਲੱਗਦਾ ਕਿ ਇਹਦੀ ਖਿਲਾਫਤ ਹੋਣੀ ਚਾਹੀਦੀ ਹੈ। ਹਾਲਾਂਕਿ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈਗੀ ਹੈ ਇਹਦੇ ਖਿਲਾਫ, ਤੇ ਕਿਹਾ ਗਿਆ ਕਿ ਜੀ ਅਸੀਂ ਸੀਬੀਐਸਈ ਨੂੰ ਹੀ ਮਾਨਤਾ ਨਹੀਂ ਦੇਵਾਂਗੇ। ਜੀ ਤੇ ਜੀ ਹਾਂ, ਇਹ ਇੱਕ ਦੋ ਚੀਜ਼ਾਂ ਹੋਰ ਨੇ ਇਹਦੇ 'ਚ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈਗੀ ਆ, ਬਹੁਤ ਜਲਦਬਾਜ਼ੀ 'ਚ ਜਾਰੀ ਕੀਤੀ ਗਈ ਹੈਗੀ ਆ, ਪਰ ਵਧੀਆ ਗੱਲ ਹੈ ਕਿ ਤੁਸੀਂ ਇੱਕਦਮ ਤੋਂ ਹੀ ਰਿਐਕਟ ਕਰਤਾ ਜੇ ਕੋਈ ਨਵੀਂ ਚੀਜ਼ ਆਈ ਹੈਗੀ ਆ। ਤੇ ਇਹ ਨੋਟੀਫਿਕੇਸ਼ਨ 'ਚ 3 ਪੁਆਇੰਟ ਮੇਨ ਨੇ। ਇੱਕ ਤਾਂ ਇਹ ਕਿਹਾ ਗਿਆ ਹੈਗਾ ਜਿਹੜਾ 10th 'ਚ ਪੰਜਾਬੀ ਸਬਜੈਕਟ 'ਚ ਪਾਸ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਪਾਸ ਨਹੀਂ ਹੁੰਦੇ ਤਾਂ ਤੁਹਾਨੂੰ ਪਾਸ ਨਹੀਂ ਮੰਨਿਆ ਜਾਊਗਾ। ਇੱਕ ਤਾਂ ਪਹਿਲਾ ਪੁਆਇੰਟ ਤਾਂ ਇਹੀ ਹੈ। ਦੂਜਾ ਇਹ ਕਿ ਪੰਜਾਬ ਦੇ ਵਿੱਚ ਕੋਈ ਵੀ ਬੋਰਡ ਹੋਵੇ, ਚਾਹੇ ਸੀਬੀਐਸਈ, ਆਈਸੀਐਸਈ, ਉਹਨਾਂ ਨੂੰ ਪੰਜਾਬੀ ਮੁੱਖ ਭਾਸ਼ਾ ਦੇ ਤੌਰ ਤੇ ਪੜ੍ਹਾਉਣੀ ਪੈਣੀ ਹੈ। ਇਹ ਗੱਲ ਕਹੀ ਗਈ ਹੈ। ਤੀਜੀ ਜਿਹੜੀ ਹੈਗੀ ਆ ਉਹ ਜਿਹੜਾ ਪੰਜਾਬ ਐਂਡ ਪੰਜਾਬੀ ਬੋਲੀ ਐਕਟ ਹੈਗਾ 2008 ਵਾਲਾ, ਉਹਦਾ ਹਵਾਲਾ ਦੇ ਕੇ ਕਿਹਾ ਗਿਆ ਕਿ ਇਸ ਕਿਸਮ ਦੇ ਸੰਸ਼ੋਧਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ। ਜੇ ਇਸ ਕਿਸਮ ਦੇ ਉਲੰਘਣ ਸਕੂਲ ਕਰਨਗੇ ਤੇ ਇਸ ਕਿਸਮ ਦੀਆਂ ਸੋਧਾਂ ਕਰਨਗੇ ਬੋਰਡ ਜਾਂ ਸਕੂਲ, ਉਹਨਾਂ ਤੇ ਕਾਰਵਾਈ ਕੀਤੀ ਜਾਊਗੀ। ਇਹ 3 ਚੀਜ਼ਾਂ ਨੇ ਨੋਟੀਫਿਕੇਸ਼ਨ 'ਚ। ਮੈਨੂੰ ਲੱਗਦਾ ਕਿ ਜ਼ਰੂਰੀ ਸੀਗੀ। ਚਲੋ ਤੇਰਾ ਇਹ ਦੁਰਸਤ ਆਏ। ਇਹ ਆਪਾਂ 3-4 ਦਿਨਾਂ ਤੋਂ ਲਗਾਤਾਰ ਗੱਲ ਕਰ ਹੀ ਰਹੇ ਸੀਗੇ ਕਿ ਨਿਊ ਐਜੂਕੇਸ਼ਨ ਪਾਲਿਸੀ ਤੇ ਗੱਲ ਨਹੀਂ ਹੋ ਰਹੀ ਹੈ ਬਾਈ, ਪੰਜਾਬ 'ਚ ਨਹੀਂ ਹੋ ਰਹੀ ਹੈ, ਤੇ ਹੁਣ ਕਰਨੀ ਪਈ ਜੀ ਜਦੋਂ ਅਟੈਕ ਆ ਹੂੰ ਗਿਆ। ਮੈਨੂੰ ਲੱਗਦਾ ਕਿ ਜੀ ਜੀ ਇਹਦੀ ਖਿਲਾਫਤ ਨਿਊ ਐਜੂਕੇਸ਼ਨ ਪਾਲਿਸੀ ਦੀ ਬਹੁਤ ਸੀਰੀਅਸਲੀ ਹੋਣੀ ਚਾਹੀਦੀ, ਤੇ ਪੰਜਾਬੀ ਹੋਣੀ ਚਾਹੀਦੀ। ਇੰਟੈਲੈਕਚੁਅਲ ਨੂੰ ਸਮਝਣਾ ਚਾਹੀਦਾ ਕਿ ਇਹ ਐਜੂਕੇਸ਼ਨ ਹੀ ਏਦਾਂ ਦੀ ਚੀਜ਼ ਹੈਗੀ ਆ ਜਿਹਦੇ ਰਾਹੀਂ ਇਹ ਐਂਟਰ ਕਰਨਾ ਚਾਹ ਰਹੇ ਨੇ। ਤੁਸੀਂ ਇਹਦੀ ਖਿਲਾਫਤ ਕਰੋ। ਜੀ ਜੀ ਮੈਂ ਜੀ ਇੱਕ ਕੇਸ ਜਾਣਦਾਗਾ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੱਜ ਹਿਸਟਰੀ ਡਿਪਾਰਟਮੈਂਟ ਦੀ ਇੱਕ ਚੇਅਰਪਰਸਨ ਲਾਈ ਗਈ ਹੈਗੀ, ਉਹਦੀ ਡਿਗਰੀ ਫੇਕ ਹੈ, ਪਰ ਉਹ ਜੀ ਬੀਜੇਪੀ ਆਰਐਸਐਸ ਵੱਲੋਂ ਭੇਜੀ ਗਈ ਹੈਗੀ ਆ, ਤੇ ਉਹ ਕਮਲੀ ਜੀ ਉੱਥੇ ਸਾਰੇ ਡਿਪਾਰਟਮੈਂਟ ਨੂੰ ਹੀ ਉਹਨੇ ਹਿਲਾ ਰੱਖਿਆਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਾਂ ਨੂੰ ਪਤਾ ਕਿ ਆਪਣੇ ਵਾਸਤੇ ਕਿੰਨੀ ਇੰਪੋਰਟੈਂਟ ਹੈ। ਜੀ ਜੀ ਹਾਂ, ਉਹਦੇ ਹਿਸਟਰੀ ਡਿਪਾਰਟਮੈਂਟ ਦੀ ਹੈਡ, ਯਾਨੀ ਕਿ ਤੁਸੀਂ ਤਾਂ ਇਤਿਹਾਸ ਬਦਲਣ ਵਾਸਤੇ ਉੱਥੇ ਇੱਕ ਪੂਰਾ ਬੰਦਾ ਸ਼ਿਫਟ ਕਰ ਦਿੱਤਾ ਜਿਹਦੀ ਡਿਗਰੀ ਜਾਲੀ ਆ, ਆਗਰਾ ਯੂਨੀਵਰਸਿਟੀ ਤੋਂ ਪਤਾ ਨਹੀਂ ਕਿੱਥੇ ਕੀ ਚੱਕਰ ਆ, ਤੇ ਉਹ ਪਹਿਲਾਂ ਮਿੱਤਲ ਦੀ ਯੂਨੀਵਰਸਿਟੀ 'ਚ ਪੜ੍ਹਾਉਂਦੀ ਰਹੀ ਹੈ, ਲਵਲੀ ਪ੍ਰੋਫੈਸਰ। ਮੈਂ ਉਹ ਕੇਸ ਦੇ ਪੜ੍ਹ ਕੇ ਹੈਰਾਨ ਹੋ ਗਿਆ। ਮੈਂ ਕਿਹਾ ਹਾਂ, ਇਹ ਤਾਂ ਐਂਟਰ ਕਰ ਗਏ ਬਈ, ਸਾਡੇ ਹੂੰ ਸਿੱਖਿਆ ਦੇ ਅਦਾਰਿਆਂ 'ਚ ਇਹ ਐਂਟਰ ਕਰ ਗਏ ਹੈਗੇ ਆ। ਇਹ ਜੀ ਜੀ ਪਾਲਿਸੀਆਂ ਏਦਾਂ ਦੀ ਲੈ ਕੇ ਆਉਣ ਲੱਗ ਪਏ। ਨਿਊ ਐਜੂਕੇਸ਼ਨ ਪਾਲਿਸੀ ਕੀ ਹੈ? ਤੇ ਮੈਨੂੰ ਲੱਗਦਾ ਕਿ ਜੀ ਇਹਦਾ ਜਿਹੜਾ ਸਟਰੋਂਗ ਰੈਜ਼ਿਸਟੈਂਸ ਹੈ ਉਹ ਪੰਜਾਬੀ ਇੰਟੈਲੈਕਚੁਅਲਾਂ ਵੱਲੋਂ ਆਉਣਾ ਚਾਹੀਦਾ। ਪੱਤਰਕਾਰ ਹੋਣ, ਸਿਵਲ ਸੁਸਾਇਟੀ ਹੋਵੇ, ਸਾਰਿਆਂ ਨੂੰ ਇਹਦੇ ਖਿਲਾਫਤ ਕਰਨੀ ਚਾਹੀਦੀ।
ਜੀ, ਖਿਲਾਫਤ ਤਾਂ ਹੋਣੀ ਚਾਹੀਦੀ ਹੈ ਕਿਉਂਕਿ ਇਹ ਛੋਟੇ-ਛੋਟੇ ਕਦਮ ਜਿਹੜੇ ਹੁੰਦੇ ਨੇ ਕਦੋਂ ਬਹੁਤ ਅੱਗੇ ਵੱਧ ਜਾਂਦੇ ਨੇ ਪਤਾ ਨਹੀਂ ਲੱਗਦਾ। ਪਰ ਆਪਾਂ ਚੱਲੀਏ ਜਗਜੀਤ ਸਿੰਘ ਡੱਲੇਵਾਲ ਹੋਣਾ ਦੀ ਸਿਹਤ ਨੂੰ ਲੈ ਕੇ ਜਿਹੜੀ ਖਬਰ ਹੈ ਉਸ ਤੇ। ਕਹਿੰਦੇ ਅੱਜ ਖਾਸਾ ਬੁਖਾਰ ਉਹਨਾਂ ਨੂੰ ਚੜ੍ਹ ਗਿਆ ਸੀ, ਉੱਤੋਂ ਲੰਬੇ ਸਮੇਂ ਤੋਂ ਉਹ ਧਰਨੇ ਤੇ ਮਰਨ ਵਰਤ ਤੇ ਬੈਠੇ ਹੋਏ ਨੇ। ਕੀ ਅਪਡੇਟ ਰਹੀ ਅੱਜ ਉਹਨਾਂ ਨੂੰ ਲੈ ਕੇ? ਹਾਂ, ਅੱਜ ਉਹਨਾਂ ਦੀ ਜਿਹੜੀ ਟੀਮ ਹੈ ਕਿ ਮੀਡੀਆ ਟੀਮ ਹੈ, ਜਿਹੜੀ ਕਿਸਾਨ ਅੰਦੋਲਨ ਦੀ, ਉਹਨਾਂ ਨੇ ਪ੍ਰੈਸ ਨੋਟ ਲਾਇਆ ਸੀਗਾ। ਉਹਦੇ 'ਚ ਲਿਖਿਆ ਗਾ ਕਿ 103.6 ਡਿਗਰੀ ਬੁਖਾਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਹੋ ਗਿਆ ਸੀਗਾ। ਸਵੇਰੇ ਵੀ ਇੱਕ ਵੀਡੀਓ ਆਈ ਸੀ ਜਿਹਦੇ 'ਚ ਉਹ ਬਿਸਤਰ ਤੇ ਲਿਟੇ ਹੋਏ ਸੀ ਤੇ ਉਹਨਾਂ ਦੇ ਮੱਥੇ ਤੇ ਰੁਮਾਲ ਰੱਖਿਆ ਹੋਇਆ ਸੀ ਤੇ ਜਿਹੜਾ ਕਿਹਾ ਜਾ ਰਿਹਾ ਕਿ ਉਹ ਮੋਰਚਾ ਕਹਿ ਰਿਹਾ ਕਿ ਉਹਨਾਂ ਨੂੰ 93 ਦਿਨ ਹੋ ਗਏ ਅਨਸ਼ਨ ਤੇ ਬੈਠੇ, ਇਸ ਕਰਕੇ ਉਹਨਾਂ ਨੂੰ ਬੁਖਾਰ ਚੜ੍ਹਿਆ ਗਾ। ਤੇ ਜਿਹੜਾ ਉਹਨਾਂ ਦਾ ਬਲੱਡ ਪ੍ਰੈਸ਼ਰ ਹੈ, ਉਹ ਵਧਣ ਕਰਕੇ ਹੀ ਇਹ ਬੁਖਾਰ ਹੋਇਆ ਗਾ। ਉਹਨਾਂ ਦਾ ਜਿਹੜਾ ਕੀਟੋਨ ਬੋਡੀ ਲੈਵਲ ਹੈ, ਮੈਂ ਇਹ ਸਾਰਾ ਉਹ ਉਹਨਾਂ ਦੇ ਪ੍ਰੈਸ ਨੋਟ ਤੋਂ ਪੜ੍ਹ ਰਿਹਾ ਤੇ ਜਿਹੜਾ ਉਹਨਾਂ ਦਾ ਕੀਟੋਨ ਬੋਡੀ ਲੈਵਲ ਹੈਗਾ, ਉਹ ਵੀ ਵਧਿਆ ਗਾ ਤੇ ਪੋਜ਼ਿਟਿਵ ਹੋਇਆ ਗਾ। ਇਹ ਕੁਛ ਚੀਜ਼ਾਂ ਸੀਗੀਆਂ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜਾ ਕਿਹਾ ਗਿਆ ਕਿ ਖਾਸੀ ਫਿਕਰਮੰਦੀ ਹੈ ਤੇ ਖਾਸੀ ਕ੍ਰਿਟੀਕਲ ਹੈਗੀ ਆ। ਇਹ ਅੱਜ ਜੀ। ਦੇ ਪ੍ਰੈਸ ਨੋਟ 'ਚ ਲਿਖਿਆ ਗਿਆ। ਜੀ, ਸੋ ਅੱਗੇ ਚੱਲੀਏ ਤਾਂ ਖਬਰ ਹਿਸਾਰ ਤੋਂ ਹੈ। ਹਿਸਾਰ ਦੇ ਵਿੱਚ ਬਾਕਸਰ ਸਵੀਟੀ ਬੂਰਾ ਜਿਹੜੇ ਨੇ ਉਹਨਾਂ ਦੇ ਪਤੀ ਤੇ FIR ਦਰਜ ਹੋਈ ਹੈ। ਕਹਿੰਦੇ ਦਿੱਤਾ ਗਿਆ ਦਹੇਜ ਵਗੈਰਾ ਸਾਰਾ ਕੁਝ, ਪਰ ਫਿਰ ਵੀ ਕੁੱਟਮਾਰ ਹੋਈ ਹੈ ਜੀ। ਦੇਖੋ, ਇਹ ਖਬਰ ਇਸ ਕਰਕੇ ਥੋੜੀ ਵੱਡੀ ਹੈਗੀ ਆ ਕਿਉਂਕਿ ਜਿਹੜੇ ਉਹਨਾਂ ਦੇ ਸਵੀਟੀ ਬੂਰਾ ਦੇ ਹਸਬੈਂਡ ਹੈਗੇ ਆ, ਉਹ ਕਬੱਡੀ ਦੇ ਕਪਤਾਨ ਨੇ। ਇੰਡੀਆ ਟੀਮ ਦੇ ਜਿਹੜੀ ਨੈਸ਼ਨਲ ਸਟਾਈਲ ਕਬੱਡੀ ਹੁੰਦੀ ਹੈ ਛੋਟੀ, ਉਹਦੇ ਕਪਤਾਨ ਨੇ ਤੇ ਏਸ਼ੀਅਨ ਚੈਂਪੀਅਨਸ਼ਿਪ ਵਗੈਰਾ ਬਹੁਤ ਮੈਡਲ ਜਿੱਤੇ ਹੋਏ ਨੇ ਦੀਪਕ ਹੁੱਡਾ। ਇਹ ਮਾਮਲੇ ਦੀ ਦੇਖੋ 2 ਪੱਖ ਨੇ ਗੁਰਪ੍ਰੀਤ ਜੀ। ਮੈਂ ਜਿੰਨਾ ਸਪੋਰਟਸ ਨੂੰ ਕਵਰ ਕਰਦਾ ਰਿਹਾ, ਜਾਣਦਾ ਗਾ ਤੇ ਦੋਵਾਂ ਨੂੰ ਜਾਣਦਾ ਗਾ। ਇਹਦੇ 'ਚ ਜਿਹੜੀ ਪ੍ਰੋਬਲਮ ਹੈਗੀ ਆ, ਉਹ ਕੁੜੀ 'ਚ ਹੈਗੀ ਆ। ਪਰ ਠੀਕ ਹੈ, ਜਿਹੜਾ ਦੀਪਕ ਹੁੱਡਾ ਉਹਦੇ ਤਾਂ ਵਿਚਾਰੇ ਤੇ ਨਾ ਤਾਂ ਮਾਂ ਹੈ, ਨਾ ਬਾਪ ਉਹਦੇ, ਤੇ ਉਹ ਯਤੀਮ ਮੁੰਡਾ ਗਾ ਤੇ ਬਹੁਤ ਸਟਰਗਲ ਕਰਕੇ ਉਹ ਇੱਥੇ ਤੱਕ ਪਹੁੰਚਿਆ ਗਾ। ਇੰਡੀਆ ਦਾ ਕੈਪਟਨ ਬਣਿਆ ਸੀਗਾ ਕਬੱਡੀ ਦਾ। ਖੈਰ ਹੁਣ ਕੇਸ ਪਾਇਆ ਗਾ ਤੇ ਮੈਂ ਤਾਂ ਮਤਲਬ ਇੰਨਾ ਵੀ ਜਾਣਦਾ ਗਾ ਕਿ ਦੀਪਕ ਹੁੱਡੇ ਨੇ ਜਿੰਨੇ ਵੀ ਇਨਾਮ ਜਿੱਤੇ ਨੇ, ਉਹ ਸਾਰੇ ਸਵੀਟੀ ਬੂਰਾ ਨੇ ਆਪਣੇ ਖਾਤੇ 'ਚ ਪਵਾਏ ਹੋਏ ਨੇ ਤੇ ਇੱਕ ਹਿਸਾਬ ਨਾਲ ਇੱਕ ਪਲਾਟ ਲਿਆ ਸੀ, ਉਹ ਵੀ ਸਵੀਟੀ ਬੂਰਾ ਨੇ ਆਪਣੇ ਨਾਂ ਕਰਾ ਰੱਖਿਆ ਸੀਗਾ ਤੇ ਖਾਸਾ ਇਹਨੂੰ ਸਵੀਟੀ ਬੂਰਾ ਨੇ ਇਸ ਨੂੰ ਮਤਲਬ ਦੀਪਕ ਹੁੱਡਾ, ਇਹ ਸਾਰੀ ਪਰਸਨਲ ਗੱਲਾਂ ਨੇ ਓਦਾਂ ਤਾਂ, ਪਰ ਖੈਰ ਹੁਣ ਕੇਸ ਫਾਈਲ ਕੀਤਾ ਗਿਆ ਹੈਗਾ ਤੇ ਮੈਨੂੰ ਲੱਗਦਾ ਕਿ ਦੀਪਕ ਹੁੱਡਾ ਨੂੰ ਇਹ ਨਿਚੋੜਨਗੇ, ਛੱਡਣ ਤਾਂ ਨਹੀਂ ਗੇ ਸਵੀਟੀ ਬੂਰਾ। ਇਹ ਜਦੋਂ ਰਿਸ਼ਤਾ ਹੋਇਆ ਸੀ ਉਦੋਂ ਹੀ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਸੀ ਕਿ ਨਹੀਂ ਨਿਭੂਗੀ ਕਿਉਂਕਿ ਸਵੀਟੀ ਬੂਰਾ ਦਾ ਜਿਹੜਾ ਪੂਰਾ ਇੱਕ ਹਿਸਾਬ ਨਾਲ ਬਿਹੇਵੀਅਰ ਰਿਹਾ ਸਪੋਰਟਸ ਦੇ ਵਿੱਚ, ਉਹ ਸਾਰੇ ਆਪਾਂ ਦੇਖਦੇ ਰਹੇ ਹਾਂ ਤੇ ਉਹ ਬਹੁਤ ਇਨਡਿਸਿਪਲਿਨਡ ਲੜਕੀ ਰਹੀ ਹੈ। ਸਪੋਰਟਸ 'ਚ ਵੀ ਉਹਨੇ ਕੋਈ ਖਾਸ ਪਰਫੋਰਮ ਨਹੀਂ ਕੀਤਾ ਗਾ। ਦੀਪਕ ਜੀ। ਹੁੱਡਾ ਮੈਨੂੰ ਲੱਗਦਾ ਕਿ ਇਸ ਮਾਮਲੇ ਤੇ ਫਸੂਗਾ। ਸ਼ਾਇਦ ਉਹਨੂੰ ਕੈਦ ਵੀ ਹੋ ਸਕਦੀ ਹੈਗੀ ਆ ਕਿਉਂਕਿ ਆਪਾਂ ਨੂੰ ਪਤਾ ਕਿ ਸਾਰਾ ਇਹ ਚੀਜ਼ਾਂ ਹੁੰਦੀਆਂ ਨੇ। ਪਰ ਜੇ ਮੈਰਿਟ ਤੇ ਇਸ ਕੇਸ ਦੀ ਡਿਸੀਜਨ ਹੋਊਗੀ ਤਾਂ ਮੈਨੂੰ ਲੱਗਦਾ ਕਿ ਦੀਪਕ ਹੁੱਡਾ ਨੂੰ ਛੱਡ ਦਿੱਤਾ ਜਾਊਗਾ। ਐਲਮਨੀ ਮੰਗੀ ਗਈ ਹੈਗੀ ਆ 1.5 ਲੱਖ ਰੁਪਏ ਦੀ, 2.5 ਲੱਖ ਰੁਪਏ ਦੀ ਐਲਮਨੀ ਮੰਗੀ ਗਈ ਹੈਗੀ ਆ ਤੇ 50 ਲੱਖ ਰੁਪਏ ਮੰਗਿਆ ਗਿਆ ਹੈਗਾ ਮੈਰਿਜ ਉਹਦਾ, ਇਹ ਵਨ ਟਾਈਮ ਸੈਟਲਮੈਂਟ ਵਾਸਤੇ। ਮੈਨੂੰ ਲੱਗਦਾ ਜੀ। ਕਿ ਚਲੋ ਦੇਖਦੇ ਹਾਂ ਕੀ ਬਣਦਾ ਗਾ। ਪਰ ਮੈਂ ਇਹਦੇ 'ਚ ਇਸ ਕੇਸ ਨੂੰ ਮੈਂ ਇਸ ਕਰਕੇ ਵੀ ਥੋੜਾ ਪਰਸਨਲੀ ਜਾਣਦਾ ਗਾ ਕਿਉਂਕਿ ਇਹਨਾਂ ਦੇ ਜਿਹੜੇ ਪੜੋਸੀ ਹੈਗੇ ਆ, ਮੈਂ ਵੀ ਇਹਨਾਂ ਦਾ ਪੜੋਸੀ ਰਿਹਾ ਤੇ ਮੈਨੂੰ ਮਤਲਬ ਮੋਟਾ-ਮੋਟਾ ਪਤਾ ਗਾ ਕੀ ਮੈਟਰ ਹੈ। ਜੀ, ਸੋ ਆਖਰੀ ਖਬਰ ਦੇ ਵੱਲ ਚੱਲਦੇ ਹਾਂ। ਕੱਲ ਵੀ ਆਪਾਂ ਭਲਵਾਨੀ ਦੀ ਗੱਲ ਕੀਤੀ ਸੀ, ਕੁਸ਼ਤੀ ਦੀ ਗੱਲ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਕੁਸ਼ਤੀ ਲਗਾਤਾਰ ਗਰਕ ਰਹੀ ਹੈ ਕਿਉਂਕਿ ਉਹ ਸਟੈਂਡਰਡ ਜਿਹੜੀਆਂ ਲਿਸਟਾਂ ਭੇਜਣੀਆਂ ਹੁੰਦੀਆਂ ਨੇ ਭੇਜੀਆਂ ਨਹੀਂ ਜਾਂਦੀਆਂ ਤੇ ਹੁਣ ਇਹ ਕਹਿੰਦੇ ਨੇ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲੈ ਸਕਣਗੇ ਜਿਹੜੇ ਭਾਰਤ ਦੇ ਕੁਸ਼ਤੀ ਕਰਨ ਵਾਲੇ ਭਲਵਾਨ ਨੇ। ਇਹ ਹੁਣ ਕੀ ਮਾਜਰਾ ਜੀ, ਹੁਣ ਕਿੱਥੇ ਸਮੱਸਿਆ ਆਈ ਹੈ? ਦੇਖੋ, ਇਸ ਸਾਲ 'ਚ 2 ਟੂਰਨਾਮੈਂਟ ਹੋਏ ਨੇ ਇੰਟਰਨੈਸ਼ਨਲ। ਪਹਿਲਾਂ ਵੀ ਨਹੀਂ ਭੇਜਿਆ ਜਾ ਸਕਿਆ ਸੀ। ਇੰਡੀਆ ਦੀ ਜਿਹੜੀ ਟੀਮ ਸੀ ਪਹਿਲਾਂ ਵੀ ਨਹੀਂ ਹੈਗੀ ਰੈਸਲਰਾਂ ਦੀ ਤੇ ਹੁਣ ਵੀ ਨਹੀਂ ਭੇਜੀ ਜਾ ਸਕੀ। ਤੇ ਜਿਹੜੇ ਭਲਵਾਨ ਜੀ। ਸੀਗੇ ਉਹ ਸਪੋਰਟਸ ਮਿਨਿਸਟਰੀ ਅੱਗੇ ਵੀ ਗਏ ਸੀਗੇ 15 ਫਰਵਰੀ ਨੂੰ, ਉਹ ਖਬਰ ਨੂੰ ਬਲੈਕ ਆਊਟ ਕਰ ਦਿੱਤਾ ਗਿਆ ਤੇ ਉਹ WFI ਵਾਲਾ ਹੀ ਰੌਲਾ ਹੈ ਜੀ, ਜਿਹੜੇ ਬ੍ਰਜਭੂਸ਼ਣ ਨੇ ਕਬਜ਼ਾ ਕਰ ਰੱਖਿਆ ਗਾ। ਹੁਣ ਮੇਰੀ ਅੱਜ ਇੱਕ ਭਲਵਾਨ ਦੇ ਫਾਦਰ ਨਾਲ ਗੱਲ ਹੋ ਰਹੀ ਸੀ, ਉਹਨੇ ਬਹੁਤ ਸੋਹਣੀ ਜੀ। ਗੱਲ ਕਹੀ। ਉਹਨੇ ਕਿਹਾ ਕਿ ਯਾਰ ਅਸੀਂ ਜਿਹੜੀ ਕੁਸ਼ਤੀ ਹੈਗੀ ਆ ਉਹਨੂੰ ਇੰਨੇ ਸਾਲਾਂ ਤੋਂ ਪਾਲਿਆ, ਸਾਡੇ ਕਲਚਰ ਦਾ ਹਿੱਸਾ ਸੀਗਾ, ਸਾਰਾ ਕੁਛ ਸੀਗਾ। ਬ੍ਰਿਜਭੂਸ਼ਣ ਦਾ ਨਾ ਲੈਣਾ ਨਾ ਦੇਣਾ, ਨਾ ਉਹ ਭਲਵਾਨ, ਨਾ ਉਹਦੇ ਇਲਾਕੇ 'ਚ ਭਲਵਾਨੀ ਹੁੰਦੀ, ਉਹ ਤੇ ਕਬਜ਼ਾ ਕਰਕੇ ਬੈਠਾ ਸਾਡੇ ਤੇ।
ਇਹ ਬਹੁਤ ਮਤਲਬ ਮੈਨੂੰ ਲੱਗਿਆ ਕਿ ਯਾਰ ਬਹੁਤ ਇਹ ਕੱਲ ਮੇਰੀ ਗੱਲ ਹੋਈ ਸੀ, ਕੱਲ ਉਹਨਾਂ ਨੇ ਮੈਨੂੰ ਕਿਹਾ ਤੇ ਹੋਰ ਵੀ ਕਈ ਬੰਦਿਆਂ ਨਾਲ ਗੱਲ ਹੋ ਰਹੀ ਸੀਗੀ, ਤੇ ਸਾਰੇ ਹੀ ਇਹ ਕਹਿ ਰਹੇ ਨੇ ਕਿ ਉਹਨਾਂ ਦਾ ਉਹ ਬ੍ਰਿਜਭੂਸ਼ਣ ਦਾ ਭਲਵਾਨੀ ਨਾਲ ਲੈਣਾ ਨਾ ਦੇਣਾ, ਨਾ ਉਹਦੇ ਇਲਾਕੇ 'ਚ ਹੁੰਦੀ। ਹਰਿਆਣਾ, ਪੰਜਾਬ ਤੇ ਮਹਾਰਾਸ਼ਟਰ ਦੇ ਵਿੱਚ ਕੁਸ਼ਤੀ ਹੁੰਦੀ ਹੈ ਤੇ ਇੱਥੇ ਭਲਵਾਨਾਂ ਨੂੰ ਖਰਾਬ ਕਰੀ ਜਾਂਦਾ। ਤੇ ਇਹੀ ਹਾਲ ਬਾਕਸਿੰਗ ਦਾ ਵੀ ਕਰ ਰੱਖਿਆ ਹੈਗਾ। ਬਾਕਸਿੰਗ ਦੀ ਫੈਡਰੇਸ਼ਨ 'ਚ ਵੀ ਖਾਸੀ ਦਿੱਕਤਾਂ ਆ ਰਹੀਆਂ ਨੇ ਤੇ ਬਾਕਸਰ ਵੀ ਕਈ ਟੂਰਨਾਮੈਂਟ ਨਹੀਂ ਖੇਡ ਪਾਏ ਹੈਗੇ ਆ। ਉਹਨਾਂ ਨੂੰ ਵੀ ਇੰਟਰਨੈਸ਼ਨਲ ਲੈਵਲ ਤੇ ਖੇਡਣ ਵਾਸਤੇ ਨਹੀਂ ਭੇਜਿਆ ਜਾ ਰਿਹਾ। ਹੁਣ ਭਲਵਾਨਾਂ ਵਾਸਤੇ ਜਾਂ ਬਾਕਸਰਾਂ ਵਾਸਤੇ ਸਭ ਤੋਂ ਮੇਨ ਤਾਂ ਕਿਸੇ ਵੀ ਖਿਡਾਰੀ ਵਾਸਤੇ ਸਭ ਤੋਂ ਮੇਨ ਤਾਂ ਕੰਪੀਟੀਸ਼ਨ ਹੁੰਦਾ ਹੈ। ਕਿਸੇ ਵੀ ਹਾਲਤ 'ਚ ਉਹ ਖੇਡਣਾ ਚਾਹੁੰਦਾ ਹੈਗਾ। ਹੁਣ ਖੇਡਣ ਜੀ ਨਹੀਂ ਜੀ ਦਿੱਤਾ ਜੀ ਜਾ ਰਿਹਾ। ਸਭ ਤੋਂ ਮਾੜੀ ਤਾਂ ਗੱਲ ਇਹ ਹੈ। ਬਾਅਦ 'ਚ ਫਿਰ ਓਲੰਪਿਕ 'ਚ ਝਾਕਣਗੇ 3-4 ਸਾਲ ਬਾਅਦ ਜਾ ਕੇ, ਜਦੋਂ 2029 ਵਾਲਾ ਓਲੰਪਿਕ ਹੋਣਾ ਉਸ ਟਾਈਮ ਝਾਕਣਗੇ ਕਿ ਇੰਡੀਆ ਦੇ ਮੈਡਲ ਕਿਉਂ ਨਹੀਂ ਆਏ। ਬਈ ਇਸ ਕਰਕੇ ਨਹੀਂ ਆਏ, ਤੁਸੀਂ ਆਪਣੇ ਪਲੇਅਰਾਂ ਨਾਲ ਇਹ ਸਲੂਕ ਕਰ ਰਹੇ ਹੋ। ਤੁਸੀਂ ਉਹਨਾਂ ਨੂੰ ਖੇਡਣ ਵਾਸਤੇ ਬਾਹਰ ਜਾਣ ਹੀ ਨਹੀਂ ਦੇ ਰਹੇ। ਮੈਨੂੰ ਲੱਗਦਾ ਜੀ ਕਿ ਜੀ ਇਹ ਖਾਸੀ ਇੱਕ ਹਿਸਾਬ ਨਾਲ ਵੱਡੀ ਖਬਰ ਹੈਗੀ ਆ ਕਿ ਜਿਹੜੀ ਇੰਡੀਆ ਦੀ ਰੈਸਲਿੰਗ ਹੈ ਤੇ ਬਾਕਸਿੰਗ ਹੈ ਉਹਨੂੰ ਖਤਮ ਕਰਨ ਤੇ ਸਰਕਾਰ ਤੁਲੀ ਹੋਈ ਹੈ। ਜੀ। ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ। ਇੱਕ ਪਾਸੇ ਤਾਂ ਅਸੀਂ ਗੱਲਾਂ ਕਰਦੇ ਹਾਂ ਕਿ ਦੇਸ਼ ਦੇ ਵਿੱਚ ਨਸ਼ੇ ਦਾ ਰੁਝਾਨ ਬਹੁਤ ਵੱਧ ਰਿਹਾ ਹੈ, ਲਗਾਤਾਰ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਤੇ ਫਿਰ ਨਸ਼ੇ ਵੱਲ ਨੂੰ ਉਲਟ ਜਾਂਦੇ ਨੇ। ਤੇ ਦੂਸਰੇ ਪਾਸੇ ਜਦੋਂ ਮਾਹੌਲ ਚਾਹੁੰਦੇ ਨੇ ਬੱਚੇ, ਉਹਨਾਂ ਨੂੰ ਇਹੋ ਜਿਹਾ ਮਾਹੌਲ ਹੀ ਨਹੀਂ ਪ੍ਰੋਵਾਈਡ ਕਰਾਇਆ ਜਾਂਦਾ। ਜੇਕਰ ਬੱਚਾ ਮਿਹਨਤ ਵੀ ਆਪ ਕਰਦਾ ਹੈ ਨੌਜਵਾਨ, ਤਾਂ ਉਸ ਨੂੰ ਅੱਗੇ ਜਿਹੜੇ ਪਲੇਟਫਾਰਮ ਤੱਕ ਜਾਣਾ ਹੁੰਦਾ, ਜਿਹੜਾ ਉਹਦਾ ਸੁਪਨਾ ਹੁੰਦਾ, ਉੱਥੇ ਤੱਕ ਪਹੁੰਚਣ ਦੇ ਵਿਚਾਲੇ ਵੀ ਸਿਆਸਤ ਆ ਜਾਂਦੀ ਹੈ। ਸੋ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਹੁੰਦਾ ਸਮਾਪਤ। ਸੋ ਪੁਨੀਆ ਜੀ, ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੁੜਨ ਦੇ ਲਈ। ਸ਼ੁਕਰੀਆ ਜੀ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ। ਧੰਨਵਾਦ, ਸਤਿ ਸ੍ਰੀ ਅਕਾਲ।